YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਇੱਕ ਤਾਂ ਹੋਮਿਓਪੈਥਿਕ ਜੇ ਮੈਡੀਸਨ ਦੀ ਗੱਲ ਕਰੀਏ, ਉਹ ਮੇਰੀ ਕੋਈ ਆਪਣੀ ਕਾਢ ਨਹੀਂ ਹੈਗੀ, ਪਰ ਮੈਂ ਉਹਨੂੰ ਮੰਨਿਆ ਆਪਦੇ ਤੌਰ ਤੇ, ਕਿਉਂਕਿ ਉਹ ਮੈਡੀਸਨ ਮੈਂ ਜਾਂ ਸਾਰੇ ਹੋਮਿਓਪੈਥਾਂ ਨੇ ਬੜੀ ਐਕਸਟੈਂਸਿਵਲੀ ਯੂਜ਼ ਵੀ ਕਰਕੇ ਦੇਖੀ ਹੋਈ ਹੈ। ਹੋਮੋਪੈਥਿਕ ਦੀ ਮੇਰੇ ਤੇ ਉਹ ਅਸਰ ਕਿੰਨੇ ਕੁ ਚਿਰ ਬਾਅਦ ਕਰਨਾ ਸ਼ੁਰੂ ਕਰੂ, ਕਦੋਂ ਇਨਸਾਨ ਨੂੰ ਉਹਦੇ ਫਾਇਦੇ ਸ਼ੁਰੂ ਹੁੰਦੇ ਆ, ਸਿੰਪਟਮਸ ਕਿਵੇਂ ਆਉਂਦੇ ਆ ਕਿ ਹੁਣ ਮੈਨੂੰ ਫਰਕ ਪੈ ਰਿਹਾ। ਜਦੋਂ ਮੈਂ ਸੁਣੀ ਇਹ ਗੱਲ ਤਾਂ ਮੈਂ ਜਿਹੜੇ ਕੋਲ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਮੈਂ ਤਾਂ ਆਪਦੇ ਪੇਸ਼ੈਂਟ ਨੂੰ ਦਵਾਈ ਫਰੀ ਦੇ ਦਿੰਦਾ ਵੀ ਭਾਈ ਮੈਂ ਨਹੀਂ ਕਹਿੰਦਾ ਇਲਾਜ ਪੱਕਾ, ਨਾ ਮੈਨੂੰ ਕਿਹੋ ਨਾ ਮੈਨੂੰ ਕੋਟ ਕਰਿਓ, ਪਰ ਜੋ ਮੈਂ ਸੁਣਨਾ ਚਾਹੁੰਦਾ ਇਹਨੇ ਜੇ ਮੈਂ ਕਹਿੰਦਾ ਨੁਕਸਾਨ ਤਾਂ ਕੋਈ ਕਰਨਾ ਨਹੀਂ, ਫਾਇਦੇ ਜ਼ਰੂਰ ਕਰ ਦਿਓ, ਕਿਉਂਕਿ ਫਾਇਦੇ ਮੈਂ ਤਾਂ ਮੰਨਿਆ ਵੀ ਜਿਹੜਾ ਇਹ ਕੋਵਿਡ ਦੇ ਸਾਈਨ ਨੇ ਇਹ ਆਮ ਫਲੂ 'ਚ ਵੀ ਹੈਗੇ ਨੇ। ਇੰਨਾ ਜ਼ਰੂਰ ਆ ਵੀ ਕੋਵਿਡ ਉਦੋਂ ਬੜਾ ਭਿਆਨਕ ਮੰਨਿਆ ਗਿਆ, ਕੰਟੇਜੀਅਸ ਜ਼ਿਆਦਾ, ਕਿ ਜੇ ਕੋਵਿਡ ਆਇਆ ਆ ਹੁਣ ਤੇ ਇਹ ਇੰਨੀ ਛੇਤੀ ਜਾਣਾ ਨਹੀਂਗਾ। ਬਿਗ ਫਾਰਮ ਇੱਕ ਐਸੀ ਗ੍ਰੀਡੀ ਕੌਮ ਹੈਗੀ ਆ ਦਵਾਈਆਂ ਬਣਾਉਣ ਵਾਲੇ, ਉਹਨਾਂ ਨੇ ਸਾਡੇ ਚੰਗੇ ਭਲੇ MDs ਜਾਂ ਹੋਰ ਡਾਕਟਰਾਂ ਨੂੰ ਵੀ ਬ੍ਰੇਨ ਵਾਸ਼ ਕੀਤਾ ਪਿਆ। ਤਾਂ ਇੱਕ ਇਨਫੈਂਟ ਨੂੰ, ਬੱਚੇ ਨੂੰ ਜੰਮਦੇ ਨੂੰ ਦਿੰਦੇ ਆ, ਉਹਨੂੰ ਆਰਾਮ ਕਿੱਥੋਂ ਆਉਂਦਾ? ਇੱਕ ਘੋੜੇ ਨੂੰ, ਇੱਕ ਕੁੱਤੇ ਨੂੰ, ਇੱਕ ਗਾਂ ਨੂੰ ਦੇ ਦਿੰਦੇ ਆ, ਉਹਨੂੰ ਆਰਾਮ ਕਿੱਥੋਂ ਆਉਂਦਾ? ਅੱਛਾ, ਇਹ ਫਿਰ ਕਹਿੰਦੇ ਬਰੀਕ ਬਹੁਤ ਹੈ, ਮੋਲੀਕੂਲ ਬੜਾ ਛੋਟਾ। ਸਾਂਝਾ TV ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ ਤੁਹਾਨੂੰ ਸਾਡੇ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ। ਸੋ ਖਾਸ ਮੁਲਾਕਾਤ ਦੀ ਜਦੋਂ ਗੱਲ ਹੁੰਦੀ ਹੈ ਤੇ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਮਿਊਨਿਟੀ ਦੇ ਵਿੱਚੋਂ ਅਸੀਂ ਸ਼ਖਸੀਅਤਾਂ ਨੂੰ ਲਿਆ ਕੇ ਤੁਹਾਡੇ ਰੂਬਰੂ ਕਰਾਈਏ। ਸੋ ਜਿਹੋ ਜਿਹੇ ਅੱਜ ਕੱਲ੍ਹ ਹਾਲਾਤ ਚੱਲ ਰਹੇ ਨੇ ਸਾਡੇ ਆਪਣੇ ਸ਼ਹਿਰ ਦੇ ਵਿੱਚ ਕਿ ਸਾਰੇ ਮੁਲਕ ਦੇ ਵਿੱਚ COVID-19 ਨੂੰ ਲੈ ਕੇ ਸਾਰੇ ਲੋਕੀ ਬੜੇ ਪਰੇਸ਼ਾਨ ਹੋਏ ਪਏ ਨੇ। ਸੋ ਸਾਡਾ ਵੀ ਬੀਇੰਗ ਇਨ ਅ ਮੀਡੀਆ ਫਰਜ਼ ਬਣਦਾ ਕਿ ਅਸੀਂ ਅਪਡੇਟਸ ਲੈ ਕੇ ਆਈਏ, ਡਾਕਟਰਸ ਨੂੰ ਤੁਹਾਡੇ ਨਾਲ ਰੂਬਰੂ ਲੈ ਕੇ ਆਈਏ ਤਾਂ ਕਿ ਅਸੀਂ ਉਹਨਾਂ ਤੋਂ ਸਵਾਲ ਕਰ ਸਕੀਏ ਕਿ ਕਿਵੇਂ ਅਸੀਂ ਆਪਣਾ ਖਿਆਲ ਰੱਖ ਸਕਦੇ ਹਾਂ। ਸੋ ਸਾਡੇ ਨਾਲ ਅੱਜ ਖਾਸ ਤੌਰ ਤੇ ਪਹੁੰਚੇ ਨੇ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਮੰਗਟ, ਜਿਨ੍ਹਾਂ ਨੂੰ ਤੁਸੀਂ ਡਾਕਟਰ ਗੈਰੀ ਦੇ ਨਾਂ ਨਾਲ ਜਾਣਦੇ ਹੋ। ਬੜੇ ਲੰਬੇ ਸਮੇਂ ਤੋਂ 43 ਵਰ੍ਹਿਆਂ ਤੋਂ ਜਿਹੜੇ ਇਹ ਸੇਵਾ ਕਰਦੇ ਆ ਰਹੇ ਨੇ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ, ਜੀ ਆਇਆਂ ਕਹਿੰਦੇ ਆ, ਤੇ ਇਹਨਾਂ ਦੇ ਕੋਲ ਬਹੁਤ ਸਾਰੀ ਢੇਰ ਸਾਰੀ ਜਿਹੜੀ ਨੌਲੇਜ ਆ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ। ਸੋ ਡਾਕਟਰ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਜੀ, ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਗੈਰੀ ਠੀਕ ਰਹੂਗਾ, ਤੁਹਾਨੂੰ ਡਾਕਟਰ ਗੈਰੀ ਦੇ ਨਾਂ ਨਾਲ ਜਾਣਦੇ ਨੇ ਸਾਰੇ ਜੀ। ਸੋ ਡਾਕਟਰ ਗੈਰੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਕੱਢਿਆ, ਕਿਉਂਕਿ ਆ ਜਿਹੜਾ ਸਮਾਂ ਆ ਇਸ ਦੇ ਵਿੱਚ ਸਾਰਿਆਂ ਨੂੰ ਡਾਕਟਰ ਦੀਆਂ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਹੁੰਦਾ, ਕਿਉਂਕਿ ਲੋਕਾਂ ਦੇ ਵਿੱਚ ਅਫਵਾਹਾਂ ਬਹੁਤ ਫੈਲ ਰਹੀਆਂ ਹੈਗੀਆਂ। ਸੋ ਇਸ ਤੋਂ ਪਹਿਲਾਂ ਕਿ ਅਸੀਂ ਬਹੁਤ ਡੀਪ ਜਾਈਏ ਇਸ ਗੱਲਬਾਤ ਕਰੀਏ COVID-19 ਦੇ ਉੱਤੇ, ਮੈਂ ਚਾਹੂੰਗੀ ਪਹਿਲਾਂ ਲੋਕੀ ਜਾਣਦੇ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਆ, ਪਰ ਸਾਡੇ ਬਹੁਤ ਸਾਰੇ ਪਰਿਵਾਰ ਜਿਹੜੇ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਨੇ, ਜਿਨ੍ਹਾਂ ਨੇ ਅੱਜ ਬਹੁਤ ਕੁਝ ਤੁਹਾਡੇ ਕੋਲੋਂ ਸਿੱਖਣਾ ਆ। ਸੋ ਉਹਨਾਂ ਦੇ ਲਈ ਡਾਕਟਰ ਗੈਰੀ ਹੋਣਾ ਦੀ ਇੱਕ ਵਾਰੀ ਅਸੀਂ ਬੈਕਗਰਾਉਂਡ ਤੇ ਝਾਤ ਜ਼ਰੂਰ ਮਾਰਾਂਗੇ। ਸੋ ਸਾਨੂੰ ਆਪਣੇ ਬਾਰੇ ਦੱਸੋ ਜੀ ਪਹਿਲਾਂ। ਹਾਂਜੀ, ਸਭ ਤੋਂ ਪਹਿਲਾਂ ਬਲਜਿੰਦਰ ਜੀ, ਮੈਂ ਜਿਹੜਾ ਵਰਡ ਡਾਕਟਰ ਆ ਉਹਨੂੰ ਵੀ ਮੈਂ ਥੋੜ੍ਹਾ ਜਿਹਾ ਉਸ ਨੂੰ ਖੋਲ੍ਹ ਕੇ ਦੱਸਾਂ, ਕਿਉਂਕਿ ਸਿੱਧੇ ਤੌਰ 'ਤੇ ਕਿਸੇ ਨੂੰ ਆਪਾਂ ਡਾਕਟਰ ਕਹਿੰਦੇ ਆ ਤਾਂ ਇਹਨਾਂ ਕੰਟਰੀਆਂ ਵਿੱਚ ਜਿਹੜੇ ਲੋਕ MD ਕਰੀ ਹੋਈ ਆ ਉਹਨਾਂ ਨੂੰ ਡਾਕਟਰ, ਕਿਉਂਕਿ ਡਾਕਟਰ ਵਰਡ ਵੀ ਐਲੋਪੈਥਿਕ ਸਿਸਟਮ ਵਾਲਿਆਂ ਨੇ ਆਪਣੀ ਕਿਸਮ ਦੀ ਪ੍ਰੋਪਰਾਈਟਰੀ ਓਨਰਸ਼ਿਪ ਬਣਾਈ ਹੋਈ ਆ। ਜੀ ਜੀ। ਤੇ ਜਦੋਂ ਡਾਕਟਰ ਕਹਿੰਦੇ, ਮੈਂ ਕਿਹਾ ਜਾ ਸਕਦਾ, ਉਹਨੂੰ ਕਹਿ ਵੀ ਸਕਦੇ ਹਾਂ, ਪਰ ਨਾਲ ਡਾਕਟਰ ਆਫ ਹੋਮਿਓਪੈਥੀ ਕਹਿਣਾ ਪੈਣਾ, ਕਿਉਂਕਿ ਲੋਕਾਂ ਨੂੰ ਇਹ ਨਾ ਲੱਗੇ ਵੀ GP ਆ ਜਾਂ ਫੈਮਿਲੀ ਡਾਕਟਰ, ਚੱਲ ਕੇ ਉਹਦੇ ਨਾਲ ਕੰਮ ਅਸੀਂ ਕਰਦੇ ਹਾਂ, ਪਰ ਉਸ ਚੀਜ਼ ਨੂੰ ਆਪਾਂ ਲੋਕਾਂ ਨੂੰ ਕਿਸੇ ਚੀਜ਼ ਨੂੰ ਲੁਕੋ ਕੇ ਨਹੀਂ ਰੱਖਣਾ। ਕੰਮ ਜਿਹੜਾ ਕਰਨਾ, ਨੌਲੇਜ ਵੀ ਹੈਗੀ ਆ, ਕਈ ਚੀਜ਼ਾਂ ਵੱਧ ਵੀ ਸਿੱਖੇ ਹੋਏ ਆ, ਆਪਦੀ ਐਕਸਪਰਟੀਜ਼ ਹੁੰਦੀ ਆ ਤਾਂ ਵੀ ਇੱਕ ਤਾਂ ਇਹ ਚੀਜ਼ ਹੈਗੀ ਆ। ਸੋ ਜਿਹੜੀ ਮੇਰੀ ਬੈਕਗਰਾਊਂਡ ਹੈਗੀ ਆ, ਮੈਂ ਲੰਮਾ ਉਹਨੂੰ ਕਰਨਾ ਨਹੀਂ ਚਾਹੁੰਦਾ, ਮੈਂ ਮਾਸਟਰ ਕੀਤੀ ਇਕਨੋਮਿਕਸ ਦੀ, ਫਿਰ ਮੈਂ ਇੰਡੀਆ ਹੋਮਿਓਪੈਥੀ ਸਟੱਡੀ ਕੀਤੀ, 77 'ਚ ਮੈਂ ਇੱਥੇ ਆ ਗਿਆ। ਉਸ ਤੋਂ ਬਾਅਦ ਹੋਮਿਓਪੈਥੀ ਚੱਲਦੀ ਰਹੀ, ਪਰ ਮੈਂ ਐਕਟਿਵਲੀ ਨਹੀਂ ਸੀ ਪੂਰਾ ਕਰ ਸਕਿਆ। ਰੀਜ਼ਨ ਇਹ ਸੀ ਬਈ ਹੋਮਿਓਪੈਥੀ ਨੂੰ ਕਿ ਪੁੱਛਦਾ ਹੀ ਨਹੀਂ ਸੀ ਇੱਥੇ, ਲੋਕਾਂ ਨੂੰ ਲੱਗਣਾ ਵੀ ਪਤਾ ਨਹੀਂ ਕਿਹੋ ਜਿਹੀ ਸਿਸਟਮ, ਕਿਉਂਕਿ ਲੋਕ ਉਹਨੇ ਪੜ੍ਹੇ ਨਹੀਂ ਸੀ, ਜਿਵੇਂ ਇੰਡੀਆ, ਪਾਕਿਸਤਾਨ, ਇੰਗਲੈਂਡ, ਯੂਰਪ ਦੇ ਵਿੱਚ ਚੱਲਦੀ ਸੀ, ਇੱਥੇ ਇਹ ਨਹੀਂ ਸੀ, ਨਾ ਵਰਗੀ ਸੀ। ਸੋ ਮੈਨੂੰ ਲੱਗਿਆ ਵੀ ਨਹੀਂ, ਵੀ ਇੱਥੇ ਸਰਨਾ ਨਹੀਂ, ਰੋਟੀ ਰੋਜ਼ੀ ਕਮਾਉਣੀ ਆ। ਸੋ ਮੈਨੂੰ ਕਈ ਕੰਮ ਨਾਲ ਹੋਰ ਕਰਨੇ ਪਏ, ਛੋਟੇ ਮੋਟੇ ਤੋਂ ਲੈ ਕੇ ਮਿਲਟਰੀ ਵੀ ਬਣਿਆ, ਅਪਲਾਇੰਸ ਟੈਕਨੀਸ਼ੀਅਨ ਵੀ ਬਣਿਆ, ਮੋਰਗੇਜ ਬ੍ਰੋਕਰ ਵੀ ਬਣਿਆ, ਲਾਈਫ ਇੰਸ਼ੋਰੈਂਸ ਵੀ ਕੀਤੀ, ਬੜੇ ਕਰਕੇ ਕਰੀ ਹੈ। ਪਰ ਜਦੋਂ ਸਿਸਟਮ ਮਨ 'ਚ ਸੀਗਾ ਵੀ ਮੈਂ ਫੁੱਲ ਫਲੈਜਡ ਸਿਸਟਮ ਪੂਰੀ ਆਪਣੀ ਮੈਂ ਪ੍ਰੈਕਟਿਸ ਕਰਨੀ ਚਾਹੁੰਦਾ, ਜਿੱਥੇ ਕਿ ਮੈਂ ਇੱਕ ਪੂਰਾ ਡੈਜ਼ਿਗਨੇਟਡ ਆਪਣੀ ਡਿਊਟੀ ਨੂੰ ਐਜ਼ ਹੈਲਥ ਪ੍ਰੈਕਟੀਸ਼ਨਰ ਨਿਭਾ ਸਕਾਂ। ਫਿਰ ਮੈਨੂੰ ਟਾਈਮ ਮਿਲਿਆ ਇੱਥੇ ਕੋਰਸਿਸ ਕਰਨ ਦਾ, ਜਿਹਨੂੰ ਨਿਊਟ੍ਰੀਸ਼ਨਲ
ਪ੍ਰੈਕਟੀਸ਼ਨਰ ਦਾ ਕੋਰਸ ਹੈ ਜਾਂ ਆਰਥੋਮੋਲੀਕੂਲਰ ਹੈਲਥ ਪ੍ਰੈਕਟੀਸ਼ਨਰ ਕਹਿੰਦੇ ਨੇ। ਉਹ ਕੋਰਸ ਐਸੇ ਨੇ ਵੀ ਉਹਦੇ 'ਚ ਮੈਨੂੰ 19 ਕੋਰਸਿਸ ਕਰਨੇ ਪਏ ਤੇ ਇਹਦੇ 'ਚ ਅਨਾਟਮੀ, ਫਿਜ਼ੀਓਲੋਜੀ, ਸਾਈਕੋਲੋਜੀ ਆਫ ਡਿਜ਼ੀਜ਼, ਫਿਰ ਆ ਗਈ ਪੈਥੋਲੋਜੀ, ਬਾਇਓਕੈਮਿਸਟਰੀ, ਨਿਊਟ੍ਰੀਸ਼ਨਲ, ਡਾਇਟਸ, ਸਪੋਰਟਸ ਮੈਡੀਸਨ ਜੀ ਵਗੈਰਾ ਵਗੈਰਾ ਕਾਫੀ ਸਾਰੀਆਂ 19 ਦੇ 19 ਉਹ ਮੇਰੇ ਵੈਬਸਾਈਟ 'ਤੇ ਹੈਗੇ ਵੀ ਨੇ ਜੀ। ਉਹ ਚੀਜ਼ਾਂ ਨੂੰ ਮੈਂ ਜੋੜਿਆ ਇਸੇ ਕਰਕੇ ਨਾਲ ਹੋਮਿਓਪੈਥੀ ਦੇ ਵੀ ਹੋਮਿਓਪੈਥੀ ਆਮ ਲੋਕ ਇਹ ਸੋਚਦੇ ਸੀ ਬਈ ਇਹ ਇਨਫ ਨਹੀਂ, ਇਨਫ ਮੀਨਸ ਵੀ ਜਲਦੀ ਆਰਾਮ ਨਹੀਂ ਆਉਂਦਾ। ਕਈ ਕਹਿੰਦੇ ਜੀ ਪਤਾ ਨਹੀਂ ਹੌਲੀ ਹੌਲੀ ਆਰਾਮ ਆਉਂਦਾ, ਪਤਾ ਨਹੀਂ ਸਾਈਡ ਇਫੈਕਟ ਜੇ ਨਹੀਂ ਹੈਗਾ ਤਾਂ ਇਹਦਾ ਫਾਇਦਾ ਵੀ ਕੋਈ ਨਹੀਂ। ਕਈ ਲੋਕ ਹਾਲੇ ਵੀ ਹੋਮਿਓਪੈਥੀ ਨੂੰ ਰਿਡੀਕਿਊਲ ਕਰਦੇ ਵੀ ਮੈਂ ਦੇਖੇ ਨੇ, ਕਹਿਣਗੇ ਜੀ ਹੋਮਿਓਪੈਥੀ ਵਰਗੀ ਫਲਾਣਾ ਦਾ ਹੋਮਿਓਪੈਥੀ ਵਰਗਾ ਨਾ ਕੋਈ ਫਾਇਦਾ ਨਾ ਨੁਕਸਾਨ। ਇਹ ਗੱਲ ਗਲਤ ਆ ਜੀ, ਬਿਲਕੁਲ। ਨੁਕਸਾਨ ਬੇਸ਼ੱਕ ਨਹੀਂ ਕਰਦੀ ਪਰ ਫਾਇਦੇ ਤਾਂ ਬਹੁਤ ਦੁਨੀਆ ਨੂੰ ਹੋਏ ਨੇ। ਔਰ ਜਿਹੜੇ ਲੋਕ ਕਈ ਵਾਰੀ ਕਈ ਉਲਟ ਸਿਸਟਮ ਵਾਲੇ ਜਾਂ ਬਾਕੀ ਫਾਰਮਾਸਿਊਟੀਕਲ ਕੰਪਨੀਆਂ ਵਾਲੇ ਇਹਨੂੰ ਨਿਲ ਵੀ ਕਰਦੇ ਆਏ ਨੇ, ਉਹਨਾਂ ਨੂੰ ਇੱਕ ਚੀਜ਼ ਮੈਂ ਹੁਣ ਵੀ ਵਾਅਦੇ ਨਾਲ ਕਹਿੰਦਾ, ਹਜ਼ਾਰਾਂ ਹੀ ਹੋਮਿਓਪੈਥ ਨੇ ਇੰਗਲੈਂਡ 'ਚ ਵੀ, ਯੂਰਪ 'ਚ ਵੀ, ਪਾਕਿਸਤਾਨ, ਬੰਗਲਾਦੇਸ਼, ਇੰਡੀਆ ਐਂਡ ਸੋ ਆਨ, ਇੱਥੇ ਵੀ ਬਈ ਜੇ ਉਹ ਕਹਿੰਦੇ ਨੇ ਪਲੇਸੀਬੋ ਇਫੈਕਟ ਆ ਵੀ ਜਾਣ ਕੇ ਲੋਕਾਂ ਨੂੰ ਐਵੇਂ ਭਰਮ ਨਾਲੇ ਆਰਾਮ ਆ ਗਿਆ, ਮਿੱਠੀ ਜਿਹੀ ਦਵਾਈ ਦਿੱਤੀ ਤਾਂ ਇੱਕ ਇਨਫੈਂਟ ਨੂੰ, ਬੱਚੇ ਨੂੰ ਜੰਮਦੇ ਨੂੰ ਦਿੰਦੇ ਆ, ਉਹਨੂੰ ਆਰਾਮ ਕਿੱਥੋਂ ਆਉਂਦਾ? ਇੱਕ ਘੋੜੇ ਨੂੰ, ਇੱਕ ਕੁੱਤੇ ਨੂੰ, ਇੱਕ ਗਾਂ ਨੂੰ ਦੇ ਦਿੰਦੇ ਆ, ਉਹਨੂੰ ਆਰਾਮ ਕਿੱਥੋਂ ਆਉਂਦਾ? ਅੱਛਾ, ਇਹ ਫਿਰ ਕਹਿੰਦੇ ਬਰੀਕ ਬਹੁਤ ਹੈ, ਮੋਲੀਕੂਲ ਬੜਾ ਛੋਟਾ। ਇਹ ਜਿਹੜਾ ਆਪਣੀ ਨਰਵਸ ਸਿਸਟਮ ਦੇ ਵਿੱਚ ਜਿੰਨੀ ਵੀ ਆਪਣੀ ਨਰਵਸ ਚੱਲਦੀਆਂ, ਆਪਣੀ ਥਾਟ ਵੇਵਸ ਚੱਲਦੀਆਂ, ਇੱਕ ਬਹੁਤ ਮਾਈਨਿਊਟ ਕਰੰਟ ਨਾਲ ਚੱਲਦੀਆਂ ਨੇ। ਆਪਾਂ ਉਹਦੀ ਗੱਲ ਕਿਤੇ ਫੇਰ ਕਰਾਂਗੇ। ਇਹਨਾਂ ਮਿਨੀ ਵੋਲਟੇਜ ਆ, ਮਾਈਕਰੋ ਮਿਨੀ ਵੋਲਟੇਜ, ਜਿਹੜੀ ਕਿ ਆਮ ਛੇਤੀ ਕਿਤੇ ਕੋਈ ਔਜ਼ਾਰ ਛੇਤੀ ਕੋਈ ਦੇਖ ਵੀ ਨਹੀਂ ਸਕਦਾ। ਈਵਨ ਆਪਾਂ ਕਹਿੰਦੇ ਆਤਮਾ ਕੀ ਹੈ, ਜਾਨ ਕਿੱਥੇ ਆ? ਹਾਰਟ ਦੇ ਵਿੱਚ ਏ ਵੀ ਐਸ ਵੀ ਨੋਡ ਹੁੰਦੀ, ਆਪਾਂ ਨੂੰ ਸਭ ਨੂੰ ਪਤਾ। ਉਹਦਾ ਦਿਲ ਧੜਕਦਾ, ਉਹੀ ਜਾਨ। ਉਹੀ ਆਪਣੇ ਜੇ ਮੈਂ ਉਂਗਲੀ ਵੀ ਹੱਥ ਕਰਦਾ, ਹੱਥ ਵੀ ਕਰਦੇ ਹਾਂ, ਐਂ ਵੀ ਕਰਦੇ ਹਾਂ, ਤਾਂ ਹਜ਼ਾਰਾਂ ਕੈਮੀਕਲ ਨਰਵਸ ਐਕਸ਼ਨ ਹੁੰਦੇ ਨੇ, ਤਾਂ ਜਾ ਕੇ ਉਹ ਕੰਮ ਹੁੰਦਾ। ਜਾਂ ਆਪਾਂ ਬੋਲਦੇ ਹਾਂ, ਬੋਲਣ ਲੱਗੇ ਵੀ ਬਹੁਤ ਸਾਰਾ ਕੈਮੀਕਲ ਐਕਸ਼ਨ ਅੰਦਰ ਹੁੰਦਾ, ਤਾਂ ਆਵਾਜ਼ ਜਾਂ ਇੱਕ ਸ਼ਬਦ ਨਿਕਲਦਾ। ਸੋ ਉਸ ਚੀਜ਼ ਦਾ ਬੈਕ ਉੱਥੇ ਨੋਰਮਲ ਲਿਆਉਣ ਨੂੰ, ਸੋ ਉਹ ਚੀਜ਼ ਨੂੰ ਫਿਰ ਵੀ ਇਹ ਕਿਹਾ ਜਾਂਦਾ ਸੀ। ਉਸ ਚੀਜ਼ ਕਰਕੇ ਮੈਂ ਸੋਚਿਆ ਵੀ ਸਿਸਟਮ ਨੂੰ ਵਧਾਈਏ, ਇੱਕ ਚੀਜ਼ ਨੂੰ ਇੰਨੀ ਡੂੰਘਾਈ ਤੇ ਲੈ ਜਾਈਏ ਸਟੱਡੀ ਨਾਲ, ਸਰਟੀਫਿਕੇਸ਼ਨ ਨਾਲ, ਬਈ ਹੋਰ ਐਵੀਨਿਊ ਖੁੱਲ੍ਹ ਜਾਣ ਬੰਦੇ ਨੂੰ ਰਾਜ਼ੀ ਕਰਨ ਦੇ। ਇਹਨੂੰ ਕਿ ਆਪਾਂ ਆਲਟਰਨੇਟਿਵ ਮੈਡੀਸਨ ਕਹਿ ਦਿੰਦੇ ਹਾਂ, ਜਾਂ ਆਪਾਂ ਇਹਨੂੰ ਹੋਲਿਸਟਿਕ ਮੈਡੀਸਨ ਕਹਿ ਦਿੰਦੇ ਹਾਂ। ਹੋਲਿਸਟਿਕ ਮੈਡੀਸਨ ਤੋਂ ਮਤਲਬ ਵੀ ਪਰਸਨ ਐਜ਼ ਏ ਹੋਲ, ਜਦ ਕਿ ਕਹਿਣਾ ਨਹੀਂ ਚਾਹੀਦਾ। ਜਿਹੜੀ ਮਾਡਰਨ ਮੈਡੀਸਨ ਜਾਂ ਐਲੋਪੈਥੀ ਕਹਿੰਦੇ ਆ, ਠੀਕ, ਉਹ ਵੀ ਕੰਮ ਦੀ ਸਾਇੰਸ ਆ, ਉਹਦੇ ਵੀ ਬੜੇ ਫਾਇਦੇ ਨੇ। ਮੈਂ ਕਿਸੇ ਚੀਜ਼ ਨੂੰ ਕੰਡੈਮ ਨਹੀਂ ਕਰਨਾ ਇੱਥੇ, ਉਹਦੇ ਆਪਦੇ ਨੇ, ਉਹ ਵੀ ਥੋੜ੍ਹਾ ਜਿਹਾ ਆਪਾਂ ਡਿਸਕਸ ਕਰਾਂਗੇ ਉਹਦੀ ਕਿੱਥੇ ਲੋੜ ਹੈ ਅਤੇ ਸਾਡੀ ਲੋੜ ਕਿੱਥੇ ਆ। ਤਾਂ ਉਹਦੇ ਵਿੱਚ ਇਹ ਆ ਵੀ ਉੱਥੇ ਬੰਦੇ ਨੂੰ ਤੋੜ ਕੇ ਇਲਾਜ ਕੀਤਾ ਜਾਂਦਾ। ਤੁਹਾਨੂੰ ਮਾਈਗ੍ਰੇਨ ਹੈ, ਤੁਹਾਨੂੰ ਮਾਈਗ੍ਰੇਨ ਦੀ ਦਵਾਈ ਮਿਲ ਜੂ, ਤੁਸੀਂ ਐਡਵਲ ਲੈ ਲਓ, ਤੁਸੀਂ ਆਹ ਲੈ ਲਓ। ਪੇਟ ਦੀ ਖਰਾਬੀ ਹੈ, ਤੁਸੀਂ ਆਹ ਲੈ ਲਓ। ਜੋੜਾਂ ਦਰਦ ਹੈ, ਆਹ ਲੈ ਲਓ। ਫਿਰ ਉਹਦੇ ਸਾਈਡ ਇਫੈਕਟ ਨੇ। ਤਾਂ ਇਨਸਾਨ ਇੱਕ ਉਹਦੇ ਅੰਦਰ ਬਹੁਤ ਸਾਰੇ ਰੋਗ ਇਕੱਠੇ ਹੁੰਦੇ ਆ। ਕੋਈ ਵੀ ਬੰਦਾ ਮੈਂ ਐਸਾ ਨਹੀਂ ਦੇਖਿਆ ਆਪਦੀ ਪ੍ਰੈਕਟਿਸ ਜਿਹੜਾ ਕਿ ਮੈਨੂੰ ਆਹ ਛੋਟਾ ਜਿਹਾ ਕੋਈ ਨੁਕਸਾ, ਉਹ ਛੋਟਾ ਜਿਹਾ ਕਰਦੇ ਕਰਦੇ 15 ਹੋਰ ਨਿਕਲਦੇ ਵਿੱਚੋਂ। ਉਹਦੀ ਮਿਸਾਲ ਤੁਹਾਨੂੰ ਮੈਂ ਇੱਕ ਹੋਰ ਦੇ ਦਿੰਦਾ। ਕਈ ਲੋਕ ਹੁਣ ਸ਼ਰਾਬ ਪੀਂਦੇ ਨੇ, ਮਿਸਾਲ ਦੇ ਤੌਰ 'ਤੇ ਸ਼ਰਾਬ ਥੋੜ੍ਹੀ ਬਹੁਤੀ 1-2 ਪੈਗ ਲਾਉਂਦਾ, ਠੀਕ ਆ। ਜੇ ਉਹ ਭੁੱਲ ਕੇ ਕਿਤੇ ਅੱਧੀ ਬੋਤਲ ਪਾਣੀ ਪੀ ਲਵੇ, ਸ਼ਾਮ ਨੂੰ ਪਹਿਲਾਂ ਭੰਗੜਾ ਪਾਈ ਜਾਵੇ, ਜਦੋਂ ਉਤਰਨੀ ਹੈ ਨਾ ਸਵੇਰ ਨੂੰ, ਠੱਕ ਠੱਕ ਸਿਰ ਅੱਡ ਹੋ ਜੂ, ਜੀ ਕੱਚਾ ਹੋਊ, ਉਲਟੀਆਂ ਆਉਣਗੀਆਂ, ਕਮੇਰ ਆਊ, ਚੱਕਰ ਆਉਣਗੇ, ਭੁੱਖ ਨਹੀਂ ਲੱਗਣੀ, ਡਿਪਰੈਸ਼ਨ ਜਿਹਾ ਹੋ ਜੂ। ਹੁਣ ਚੀਜ਼ ਤਾਂ ਉਹਨੇ ਇੱਕੋ ਹੀ ਪੀਤੀ ਸੀ, ਉਹਦੇ 16 ਚੀਜ਼ਾਂ ਕਦੇ ਉਹ ਸਾਈਡ ਇਫੈਕਟ ਨੇ। ਸਾਈਡ ਇਫੈਕਟ ਹੈ ਜੀ। ਸੋ ਇਸ ਚੀਜ਼ ਨੂੰ ਦੇਖਣਾ ਪੈਣਾ ਵੀ ਆਪਾਂ ਉਹ ਚੀਜ਼ਾਂ ਨਹੀਂ ਕਰਨੀਆਂ। ਬੋਡੀ ਨੂੰ ਓਵਰਲੋਡ ਅਸੀਂ ਕੈਮੀਕਲ ਨਾਲ ਨਹੀਂ ਕਰਨਾ, ਅਨਲੈਸ ਹੈਵ ਟੂ ਹੋ ਜਾਵੇ। ਸੋ ਆਪਾਂ ਉਸ ਚੀਜ਼ ਨੂੰ ਲੈ ਕੇ ਚੱਲਣਾ ਵੀ ਇਸੇ ਕਰਕੇ ਮੈਂ ਇਹਨਾਂ ਚੀਜ਼ਾਂ ਨੂੰ ਟਰਾਈ ਕੀਤਾ ਵੀ ਐਮੈਲਗੇਮੇਟ ਕਰਨ ਨੂੰ, ਸਿਸਟਮ ਨੂੰ ਸਹੀ ਕਰਨ ਨੂੰ। ਦੇਖੋ ਇਹ ਸਿਸਟਮ ਚਾਹੇ ਆਲਟਰਨੇਟ ਮੈਡੀਸਨ ਹੈ, ਚਾਹੇ ਐਲੋਪੈਥਿਕ ਆ, ਕੋਈ ਵੀ ਕੰਪਲੀਟ ਸਿਸਟਮ ਹੈ ਹੀ ਨਹੀਂ। ਰੱਬ ਨੇ ਐਡੀ ਕੰਪਲੈਕਸ ਬੋਡੀ ਦਿੱਤੀ ਹੈ ਇਨਸਾਨ ਨੂੰ। ਇਹਦੇ ਬਾਰੇ ਸਾਰੀ ਦੁਨੀਆ ਦੇ ਮੈਡੀਕਲ ਕਮਿਊਨਿਟੀ 'ਚ ਰਲ ਕੇ ਬੈਠ ਜੇ, ਸਪੈਸ਼ਲੀ ਆਪਾਂ ਬ੍ਰੇਨ ਦੀ ਗੱਲ ਕਰੀਏ ਤਾਂ ਹਲੇ 15% ਤੋਂ ਵੱਧ ਵੀ ਨਹੀਂ ਪਤਾ ਸਾਨੂੰ ਇਹਦਾ, ਕਿਸੇ ਨੂੰ ਵੀ। ਇੰਨੀ ਕੰਪਲੈਕਸ ਚੀਜ਼ ਆ, ਪਰ ਫਿਰ ਵੀ ਜਿੰਨਾ ਕੁ ਸਮਝ ਲੱਗੀ ਜਾਂਦੀ ਆ ਉਸ ਹਿਸਾਬ ਨਾਲ ਚਲੀ ਜਾਂਦੇ ਆ। ਔਰ ਦੂਸਰੀ ਚੀਜ਼ ਜਿਹੜੀ ਮੈਂ ਕਹਿਣੀ ਚਾਹੁੰਦਾ ਵੀ ਦਿਨੋਂ ਦਿਨ ਨਵੇਂ ਤੋਂ ਨਵੇਂ ਉਪਕਰਨ, ਇੰਸਟਰੂਮੈਂਟ ਚੈੱਕ ਕਰਨ ਨੂੰ ਬਣੀ ਜਾਂਦੇ ਨੇ। ਕਿਸੇ ਵੇਲੇ ਪਹਿਲਾਂ 100 ਸਾਲ ਪਹਿਲਾਂ ਐਕਸਰੇ ਚੱਲੇ ਸੀ, ਫਿਰ ਕਰਦੇ ਕਰਦੇ CT ਸਕੈਨ ਆ ਗਏ, ਪੈਟ ਸਕੈਨ ਆ ਗਏ, MRI ਆ ਗਈ, ਬਹੁਤ ਸਾਰੇ ਅਲਟਰਾਸਾਊਂਡ ਹੋ ਗਏ, ਔਰ ਹੋਰ ਨਵੇਂ ਆਈ ਜਾਂਦੇ ਨੇ। ਪਰ ਉਹਦੇ ਬਾਵਜੂਦ ਔਰ ਦਵਾਈਆਂ ਵੀ ਨਿਕਲੀ ਜਾਂਦੀਆਂ, ਡਾਕਟਰ ਵੀ ਵਧੀ ਜਾਂਦੇ ਨੇ, ਤਾਂ ਰੋਗ ਕਿਉਂ ਵਧੀ ਜਾਂਦੇ ਨੇ? ਮੌਤਾਂ ਕਿਉਂ ਜ਼ਿਆਦਾ ਹੋਣ ਲੱਗ ਗਈਆਂ ਅੱਗੇ ਨਾਲੋਂ? ਔਰ ਜੇ ਨਾਲ ਹੁਣ ਉਹਦੇ ਅੰਦਰ ਇਹ ਵੀ ਆਪਾਂ ਕੰਪੇਅਰ ਕਰੀਏ ਜਿਹੜੇ ਕਿ ਫੈਕਟ ਨੇ
ਮੇਰੇ ਸੁਣਨ ਵਾਲੇ ਸਾਰੇ ਬੇਸ਼ੱਕ ਗੂਗਲ ਕਰਕੇ ਦੇਖ ਲੈਣ। ਜਦੋਂ ਉਹਦਾ ਕੋਵਿਡ ਦਾ ਚੱਕਰ ਚੱਲਿਆ, ਆਪਾਂ ਇਨਸਾਨ ਇੱਥੇ ਇਹਨਾਂ ਕੰਟਰੀ ਪਹਿਲੀ ਜਨਵਰੀ ਤੋਂ ਲਾ ਲਓ 2020 ਤੋਂ ਅੱਜ ਹੁਣ ਅਪ੍ਰੈਲ ਦੇ ਮਿਡਲ ਤੱਕ ਜਾਂ 24-25 ਅਪ੍ਰੈਲ ਹੋ ਗਈ, ਅੱਜ ਤੱਕ ਵੀ ਦੇਖੀਏ ਤਾਂ ਪਿਛਲੇ ਸਾਲ ਦੇ ਨਿਸਬਤ 'ਚ ਟੋਟਲ ਮੌਤਾਂ ਜਿੰਨੀਆਂ ਕਿ ਫਲੂ ਨਾਲ ਹੋਈਆਂ ਸੀ ਪਿਛਲੇ 4.5 ਮਹੀਨਿਆਂ 'ਚ, ਜਿਹੜੀ ਪਿਛਲੇ ਸਾਲ ਉਹ ਐਤਕੀ 2020 'ਚ ਉਹ ਮੌਤਾਂ ਸਣੇ ਇਹ ਸਾਰੇ ਫਲੂ ਦੀਆਂ ਔਰ ਕੋਵਿਡ ਦੀਆਂ ਰਲਾ ਵੀ ਲਈਏ ਤਾਂ ਘੱਟ ਹੋਈਆਂ ਬਹੁਤ। ਉਦੋਂ ਬਿਨਾਂ ਐਕਸੀਡੈਂਟਾਂ ਦੀ ਮੌਤ ਬਹੁਤ ਸਾਰੀ ਦੁਨੀਆ ਪਤਾ ਘੱਟ ਗਈ। ਅੱਛਾ 80% ਬੈੱਡ ਖਾਲੀ ਕਰਾ ਲਏ ਗਏ ਹਸਪੀਟਲਾਂ ਦੇ ਕੋਵਿਡ ਕਰਕੇ। ਆਪਰੇਸ਼ਨ ਇਲੈਕਟਿਵ ਸਰਜਰੀਆਂ ਆਲਮੋਸਟ ਪੋਸਟਪੋਨ ਕਰਤੀਆਂ। ਮਰਨ ਵਾਲੇ ਦੀ ਗਿਣਤੀ ਘਟੀ ਹੈ। ਜੇ ਸਿਸਟਮ ਠੀਕ ਸੀ, ਇਹ ਡਰੱਗਿੰਗ ਕਰਨੀ ਲੋਕਾਂ ਨੂੰ, ਕਿਸੇ ਨੂੰ ਡਰੱਗ ਕਰਨਾ ਜਾਂ ਲੋੜ ਤੋਂ ਵੱਧ ਦਵਾਈ ਦੇਣੀ ਠੀਕ ਸੀ, ਤਾਂ ਮੌਤਾਂ ਕਿਉਂ ਘੱਟ ਹੋ ਰਹੀਆਂ? ਮੈਨੂੰ ਕੋਈ ਵੀ ਆ ਕੇ ਚੈਲੰਜ ਕਰੇ ਜਾਂ ਆਪ ਦੇਖੇ, ਆਪਾਂ ਇਸ ਚੀਜ਼ ਨੂੰ ਕਰਨਾ ਵੀ ਨਹੀਂ ਬਈ ਇਨਸਾਨ ਬਣਿਆ। ਜੇ ਆਪਾਂ ਕਹਿੰਦੇ ਬਾਣੀ 'ਚ ਲਿਖਿਆ ਜਾਂ ਧਰਮ 'ਚ ਵੀ 84 ਲੱਖ ਜੀਵ ਆ, ਆਪਾਂ ਉਸ ਬਹਿਸ ਤੋਂ ਕੀ ਲੈਣਾ ਵੀ 84 ਲੱਖ ਵੱਧ ਨੇ, ਚਲੋ ਮੰਨ ਲਓ ਨਹੀਂ ਨੇ, ਤਾਂ ਇਕੱਲੇ ਇਨਸਾਨ ਤੋਂ ਬਿਨਾਂ ਬਾਕੀ ਜਿੰਨੇ ਜੀਵ ਨੇ ਉਹ ਸਾਰੇ ਜੰਗਲੀ ਨੇ, ਉਹ ਵਿਲਡਰਨੈਸ 'ਚ ਰਹਿੰਦੇ ਆ। ਚਾਹੇ ਆਪਾਂ ਕੁੱਤੇ ਬਿੱਲੀਆਂ ਮੱਝਾਂ ਗਈਆਂ ਘਰੇ ਲੈ, ਸਟਿਲ ਉਹ ਬਾਹਰ ਰਹਿ ਸਕਦੇ ਔਰ ਰਹਿ ਵੀ ਲੈਂਦੇ ਆ। ਇਨਸਾਨ ਨਹੀਂ ਰਹਿ ਸਕਦਾ, ਔਖਾ ਉਹਦੇ ਵਿੱਚ। ਉਹਨਾਂ ਦਾ ਜੰਗਲਾਂ ਵਿੱਚ ਇੱਥੇ ਵੀ ਜੀਵ ਜੰਤੂ ਫਿਰਦੇ ਨੇ, ਦਰਖਤਾਂ ਦੇ ਫਿਰਦੇ ਇੱਧਰ ਉੱਧਰ ਖੇਤਾਂ 'ਚ, ਉਹ ਜੰਗਲੀ ਨੇ, ਸਾਡੇ ਕੋਲ ਥੋੜ੍ਹੀ ਆਉਂਦੇ ਆ। ਉਹਨਾਂ ਦਾ ਡਾਕਟਰ ਕੌਣ ਆ? ਉਹ ਕਿਉਂ ਨਹੀਂ ਬਿਮਾਰ ਹੁੰਦੇ? ਅੱਛਾ ਡਾਕਟਰ ਗੈਰੀ, ਜਦੋਂ ਅਸੀਂ ਗੱਲ ਕਰਦੇ ਹਾਂ, ਬਹੁਤ ਵਧੀਆ ਤੁਹਾਡੀ ਬੜੇ ਇੰਟਰਸਟਿੰਗ ਆ ਤੁਹਾਡੀਆਂ ਗੱਲਾਂ ਜਿਹੜੀਆਂ। ਮੈਨੂੰ ਲੱਗਦਾ ਕਿ ਸ਼ਾਇਦ ਅੱਜ ਖਾਸ ਮੁਲਾਕਾਤ ਦਾ ਟਾਈਮ ਥੋੜ੍ਹਾ ਰਹਿ ਜਾਊਗਾ, ਪਰ ਮੈਂ ਚਾਹੂੰਗੀ ਕਿਸੇ ਦਿਨ ਤੁਸੀਂ ਮੇਰੇ ਨਾਲ ਇਸ ਗੱਲਬਾਤ ਦੇ ਉੱਤੇ ਲੰਬੀ ਚੌੜੀ ਡਿਸਕਸ਼ਨ ਹੋਵੇ, ਕਿਉਂਕਿ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਮੇਰੇ ਬਿਨਾਂ ਪੁੱਛੇ ਦੇ ਦਿੱਤੇ, ਔਰ ਮੈਨੂੰ ਇਹੋ ਜਿਹੇ ਇਨਸਾਨ ਦੀ ਭਾਲ ਸੀ ਜਿਹੜੇ ਉਹ ਸਵਾਲ ਕਰ ਸਕਣ, ਉਹ ਸਵਾਲਾਂ ਦੇ ਜਵਾਬ ਦੇ ਸਕਣ ਜਿਹੜੇ ਵਾਕਈ ਸਾਨੂੰ ਸੋਚਣ ਦੀ ਲੋੜ ਆ। ਔਰ ਜਦੋਂ ਅਸੀਂ ਹੋਮੋਪੈਥਿਕ ਦੀ ਗੱਲ ਕਰਦੇ ਹਾਂ, ਤੁਸੀਂ ਬੜਾ ਸਿੰਪਲ ਕਿਹਾ ਕਿ ਜੇ ਇਨਸਾਨ ਆਪਣਾ ਭੋਜਨ ਸਹੀ ਖਾਂਦਾ, ਐਕਸਰਸਾਈਜ਼ ਕਰਦਾ ਤੇ ਖੁਸ਼ ਰਹਿੰਦਾ ਤੇ ਉਹ ਬੜਾ ਵਧੀਆ ਜੀਵਨ ਬਤੀਤ ਕਰ ਸਕਦਾ ਹੈ। ਇਹ ਬੜੇ ਸਿੰਪਲ ਚੀਜ਼ਾਂ ਆ। ਭੋਜਨ ਸਿੰਪਲ ਖਾ ਲਓ। ਪਿਛਲੇ ਸਮਿਆਂ ਦੇ ਵਿੱਚ ਇੰਨੇ ਇਲਾਜ, ਇੰਨੇ ਹਸਪੀਟਲ, ਇੰਨਾ ਕੁਝ ਨਹੀਂ ਸੀ ਹੁੰਦਾ। ਪਿਛਲੇ ਸਮਿਆਂ ਦੇ ਵਿੱਚ ਸਾਡੀ ਰਸੋਈ ਸਾਡਾ ਦਵਾਖਾਨਾ ਹੁੰਦਾ ਸੀ। ਸਾਡੇ ਬਜ਼ੁਰਗ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ, ਉਹਨਾਂ ਨੂੰ ਡਾਕਟਰ ਨਾਂ ਦੀ ਸ਼ਾਇਦ ਆ ਪਤਾ ਹੀ ਨਹੀਂ ਸੀ ਹੁੰਦਾ। ਹਸਪੀਟਲਾਂ 'ਚ ਨਹੀਂ ਸੀ ਜਾਂਦੇ ਹੁੰਦੇ। ਇੰਜ ਹੀ ਉਹ ਬੱਚੇ ਵੀ ਘਰੇ ਹੀ ਪੈਦਾ ਹੋ ਜਾਂਦੇ ਸੀ, ਮਿਡਵਾਈਫ ਹੁੰਦੀਆਂ ਸੀ ਪਿੰਡਾਂ ਦੇ ਵਿੱਚ। ਤੇ ਹੋਮੋਪੈਥੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਬਹੁਤ ਸਾਰੇ ਲੋਕਾਂ ਨੂੰ ਅਕਸਰ ਮਿਲਦੀ ਰਹਿੰਦੀ ਹਾਂ, ਡਾਕਟਰਸ ਨਾਲ ਵੀ ਸੈਮੀਨਾਰ 'ਚ ਜਾਣ ਦਾ ਮੌਕਾ ਮਿਲਦਾ ਰਹਿੰਦਾ। ਲੋਕੀ ਸੁਣਦੇ ਆ ਇਹਨਾਂ ਗੱਲਾਂ ਨੂੰ, ਪਰ ਉਹ ਕਹਿੰਦੇ ਕਿ ਹੋਮੋਪੈਥਿਕ ਜਿਹੜੀ ਆ ਇਹ ਸਲੋ ਪ੍ਰੋਸੈਸ ਆ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਹਾਂ, ਜੇ ਮੰਨ ਲਓ ਕਿ ਮੈਂ ਕੋਈ ਮੈਡੀਸਨ ਸਟਾਰਟ ਕੀਤੀ ਹੋਮੋਪੈਥਿਕ ਦੀ, ਮੇਰੇ ਤੇ ਉਹ ਅਸਰ ਕਿੰਨੇ ਕੁ ਚਿਰ ਬਾਅਦ ਕਰਨਾ ਸ਼ੁਰੂ ਕਰੂ? ਕਦੋਂ ਇਨਸਾਨ ਨੂੰ ਉਹਦੇ ਫਾਇਦੇ ਸ਼ੁਰੂ ਹੁੰਦੇ ਆ? ਸਿੰਪਟਮਸ ਕਿਵੇਂ ਆਉਂਦੇ ਆ ਕਿ ਹੁਣ ਮੈਨੂੰ ਫਰਕ ਪੈ ਰਿਹਾ? ਕਿਉਂਕਿ ਲੋਕੀ ਇਹਨੂੰ ਇਹ ਕਹਿ ਕੇ ਵੀ ਡਿਨਾਈ ਕਰ ਦਿੰਦੇ ਆ, ਨਹੀਂ ਜੀ ਇਹ ਸਲੋ ਪ੍ਰੋਸੈਸ ਆ। ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਹੋਮੋਪੈਥੀ ਆ ਇਹ ਨੁਕਸਾਨ ਵੀ ਨਹੀਂ ਕੋਈ ਕਰਦੀ ਤੇ ਫਾਇਦਾ ਵੀ ਕੋਈ ਨਹੀਂ ਕਰਦੀ। ਲੋਕਾਂ ਦੀ ਸੋਚ ਬਣੀ ਆ, ਪਰ ਬਹੁਤ ਲੋਕ ਇਹਨੂੰ ਇਸ ਕਦਰ ਮੰਨਦੇ ਆ ਜਿਨ੍ਹਾਂ ਨੇ ਇਹਦੇ ਤੋਂ ਫਾਇਦਾ ਲਿਆ ਆ। ਔਰ ਮੇਰੀ ਆਪਣੀ ਜਾਣਕਾਰ 'ਚ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਆ ਜਿਹੜੇ ਮਰਨ ਦੇ ਕਹਿ ਲਓ ਕਿਨਾਰੇ ਤੱਕ ਪਹੁੰਚ ਚੁੱਕੇ ਸੀ। ਹੋਮੋਪੈਥਿਕ ਉਹਨਾਂ ਨੇ ਸਟਾਰਟ ਕੀਤੀ ਤੇ ਹੁਣ ਉਹ 9/9 ਤੁਰੇ ਫਿਰਦੇ ਆ। ਸੋ ਥੋੜ੍ਹਾ ਜਿਹਾ ਮੈਨੂੰ ਪਹਿਲਾਂ ਇਹਦੇ ਪ੍ਰੋਸੈਸਿੰਗ ਬਾਰੇ ਦੱਸੋ ਕਿ ਇਹਨਾਂ ਦੀ ਲੋਕਾਂ ਦੀ ਸੋਚ ਇੰਨੀ ਨੈਗੇਟਿਵ ਕਿਉਂ ਆ ਇਹਦੇ ਲਈ? ਹਾਂਜੀ, ਬਹੁਤ ਸੋਹਣਾ ਕੁਐਸਚਨ ਬਲਜਿੰਦਰ ਜੀ। ਗੱਲ ਇਹ ਹੈਗੀ ਬਈ, ਪਹਿਲੀ ਗੱਲ ਤਾਂ ਵੀ ਹੋਮਿਓਪੈਥੀ ਬਹੁਤੇ ਲੋਕਾਂ ਨੇ ਜਿਹੜੀ ਕੀਤੀ ਆ ਜਾਂ ਹੁਣ ਵੀ ਕਰਦੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ। ਆਮ ਲੋਕ ਕਿਤਾਬਾਂ ਲੈ ਕੇ ਸੁਣਾ ਕੇ ਕਿਤਾਬਾਂ ਪੜ੍ਹੀਆਂ, ਵਿਆਹ ਮੈਡੀਸਨ ਇਹਦਾ ਕੀ ਆ, ਉਹ ਆਪਣੇ ਆਪ ਦੀ ਅਪੋਥੀਕਰੀ ਕਹਿ ਦਿੰਦੇ ਆਪਾਂ ਵੀ ਨੀਮ ਹਕੀਮ ਚੱਕ ਵੀ ਆਹ ਲੱਗਦੀ ਆ। ਜਦ ਕਿ ਉਹਨਾਂ ਨੂੰ ਦੇਖਿਆ ਜਾਵੇ ਜਾਂ ਸਰੋਤਿਆਂ ਨੂੰ ਵੀ, ਸਾਡੇ ਕੋਲ ਮਟੀਰੀਅਲ ਮੈਡੀਕਲ ਮਿਲਦੇ ਨੇ ਥਾਂ ਦੇ, ਉਹ ਕੋਈ ਚੱਕ ਕੇ ਦੇਖੋ। ਪਹਿਲੀ ਗੱਲ ਤਾਂ ਹੋਮਿਓਪੈਥੀ ਦੇ ਮਟੀਰੀਅਲ ਮੈਡੀਕਲ ਬਿਮਾਰੀ ਦਾ ਨਾਂ ਘੱਟ ਹੁੰਦਾ। ਪਹਿਲਾਂ ਹਰ ਮੈਡੀਸਨ ਵੀ ਮੈਡੀਸਨ ਕੋਈ ਵੀ ਲੈ ਲਓ ਵੀ ਉਹ ਸਿਰ ਤੋਂ ਪੈਰਾਂ ਤੱਕ ਕੀ ਅਸਰ ਕਰਦੀ ਹੈ। ਹਰ ਮੈਡੀਸਨ ਉਵੇਂ ਮਟੀਰੀਅਲ ਮੈਡੀਕਲ ਲੱਭੂ ਵੀ ਉਹਦਾ ਪਹਿਲਾਂ ਜਨਰਲ ਕਨਸਟੀਟਿਊਸ਼ਨ ਕੀ ਹੈ ਬੰਦੇ ਦੀ, ਉਸ 'ਤੇ ਕਿਹੋ ਜਿਹਾ ਅਸਰ ਵੀ ਪਤਲੇ 'ਤੇ ਕਰ ਸਹੀ ਹੈ, ਲੰਬੇ 'ਤੇ ਕਰਦੀ ਹੈ, ਕਾਲੇ 'ਤੇ ਕਰਦੀ ਹੈ, ਗੋਰੇ 'ਤੇ ਕਿਹੋ ਜਿਹਾ ਅਸਰ। ਫਿਰ ਸਿਰ ਤੋਂ ਮੈਂਟਲ ਸਟੇਟ ਕੀ ਆ, ਮਾਈਂਡ ਕੀ ਸੋਚਦਾ, ਫਿਰ ਮੂੰਹ ਤੋਂ ਲੈ ਕੇ ਪੈਰਾਂ ਤੱਕ ਥੱਲੇ ਨੂੰ ਚਲੀ ਜਾਣੀ ਆ। ਔਰ ਜਿਹੜੀ ਮੈਡੀਸਨ ਕੋਈ ਦੇਖੋਗੇ ਜਿਹੜੀ ਕਿ 2600 ਤੋਂ ਵੱਧ ਨੇ ਮਟੀਰੀਅਲ ਮੈਡੀਕਲ 'ਚ, ਤਾਂ ਸਾਰੇ ਲੋਕ ਵੀ ਇਹਦੇ 'ਚ ਵੀ ਸਿਰ ਦੀ ਗੱਲ ਹੈ, ਇਹ 'ਚ ਵੀ ਅੱਖ ਦੀ ਗੱਲ ਆ ਰਹੀ ਹੈ, ਇਹਦੇ 'ਚ ਪੈਰਾਂ ਦੀ ਗੱਲ ਵੀ ਹੋ ਰਹੀ ਆ। ਤਾਂ ਜਿਹੜਾ ਬੰਦਾ ਕੁਆਲੀਫਾਈਡ ਨਹੀਂ ਹੈਗਾ ਉਹਨੂੰ ਪਤਾ ਹੀ ਨਹੀਂ ਲੱਗਣਾ, ਉਹਨੂੰ ਲੱਗਣਾ ਆ ਵੀ ਠੀਕ ਆ ਵੀ ਠੀਕ ਆ। ਪਹਿਲਾਂ ਉਹਨਾਂ ਨੇ ਬਦਨਾਮ ਕਰਨਾ। ਨੰਬਰ 2, ਜਿਵੇਂ ਜੀ ਰੋਗ ਮੇਨਲੀ ਆਪਾਂ ਕੈਟੇਗਰਾਈਜ਼ ਕਰੀਏ ਜੇ ਤਾਂ ਦੋ ਕਿਸਮ ਦੇ ਆ, ਇੱਕ ਐਕਿਊਟ, ਇੱਕ ਕਰੋਨਿਕ। ਐਕਿਊਟ ਮੈਨੇ ਜਿਹੜੇ ਰੋਗ ਜਲਦੀ ਆਉਂਦੇ ਆ, ਜਲਦੀ ਚਲੇ ਜਾਂਦੇ ਆ,
ਜਿਵੇਂ ਕਿ ਫਲੂ ਆ ਗਿਆ, 5-7 ਦਿਨ 10 ਦਿਨ ਚਲਿਆ ਗਿਆ, ਜਾਂ ਬੰਦਾ ਜਿਉਂਦਾ ਰਹਿ ਗਿਆ ਜਾਂ ਮਰ ਗਿਆ। ਹੈਜ਼ਾ ਕਾਲਰਾ ਐਵੇਂ ਹੀ ਆਇਆ, 5-7 ਦਿਨ 'ਚ ਜਾਂ ਠੀਕ ਹੋ ਗਿਆ ਜਾਂ ਮਰ ਗਿਆ। ਸੋ ਜਲਦੀ ਆਇਆ, ਉਹਨੇ ਜਲਦੀ ਜਾਣਾ, ਉਹ ਰਹਿ ਨਹੀਂ ਸਕਦਾ, ਉਹ 2 ਮਹੀਨੇ ਨਹੀਂ ਰਹਿ ਸਕਦਾ, ਉਹਦੇ ਵਿੱਚੋਂ ਇੱਕ ਸਰਾ ਕਰ ਦੂ। ਉਹ ਦੂਸਰੇ ਹੈਗੇ ਕਰੋਨਿਕ, ਹੌਲੀ ਹੌਲੀ ਆਏ, ਹੌਲੀ ਹੌਲੀ ਜਾਣਗੇ ਜਾਂ ਨਹੀਂ ਗਏ। ਜਿਵੇਂ ਡਾਇਬੀਟਿਸ ਹੋ ਗਈ, ਆਰਥਰਾਈਟਿਸ ਹੋ ਗਿਆ, ਹਾਂਜੀ, ਕੋਈ ਵੀ ਕਾਰਡੀਓਵਾਸਕੂਲਰ ਡਿਜ਼ੀਜ਼ ਹੋ ਗਈ, ਉਹ ਸਾਰੀਆਂ ਉਸ ਹਿਸਾਬ ਦੇ ਨਾਲ ਚੱਲਦੀਆਂ ਨੇ। ਸੋ ਹੁਣ ਜਦੋਂ ਆਪਾਂ ਗੱਲ, ਤੁਸੀਂ ਸਵਾਲ ਪੁੱਛਿਆ ਸੀ ਵੀ ਜਲਦੀ ਆਰਾਮ ਨਹੀਂ ਆਉਂਦਾ, ਹੁਣ ਜੇ ਬੰਦਾ ਕਰੋਨਿਕ ਵਾਲਾ ਆ ਜਾਵੇ, ਜਿਹਦੇ ਗੋਡੇ ਹੌਲੀ ਹੌਲੀ ਕਰਕੇ ਕੱਸ ਕੇ ਸੁੱਜੇ ਪਏ ਨੇ, ਉਹ ਕਹੇ ਵੀ ਹੁਣ ਹੋਮਿਓਪੈਥੀ ਛੱਡ ਕੇ ਕੋਈ ਵੀ ਲੈ ਲਵੇ ਪੈਥੀ, ਉਹਨੂੰ ਆਰਾਮ ਜਲਦੀ ਆਉਣਾ ਹੀ ਨਹੀਂ। ਹਾਂ, ਐਲੋਪੈਥੀ ਸ਼ੋਰਟ ਟਰਮ 'ਚ ਉੱਥੇ ਜਿੱਤੀ ਹੋ, ਕਿਉਂਕਿ ਉਹਨਾਂ ਨੇ ਐਂਟੀ ਇਨਫਲੈਮੇਟਰੀ ਕੋਈ ਦਵਾਈ ਦੇ ਦੇਣੀ ਆ, ਕੋਈ ਥੋੜ੍ਹੀ ਪੇਨ ਕਿਲਰ ਦੇ ਦੇਣਾ ਨਾਲ, ਉਹ ਚੀਜ਼ ਦੇ ਦਿੱਤੀ। ਅਗਲੇ ਨੂੰ ਲੱਗਿਆ ਵੀ ਮੈਨੂੰ ਹੋਣਾ ਹੀ, ਅੱਜ ਟਿਕਾ ਜਿਹਾ ਆ ਗਿਆ। ਜਦ ਕਿ ਹੋਮਿਓਪੈਥੀ ਦੀ ਇੱਕਦਮ ਉਹ ਦਵਾਈ ਦਿੱਤੀ ਹੋਈ, ਉਹਨੂੰ ਟਿਕਾ ਨਹੀਂ ਛੇਤੀ ਆਉਣਾ ਹੀ ਨਹੀਂ ਉਹਦੇ 'ਚ। ਜੀ ਡਾਕਟਰ ਗੈਰੀ, ਬਹੁਤ ਸਾਰੇ ਸਵਾਲ ਅਸੀਂ ਹੋਰ ਵੀ ਤੁਹਾਡੇ ਤੋਂ ਪੁੱਛਣੇ, ਪਰ ਅਸੀਂ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਜੀ। ਸੋ ਤੁਸੀਂ ਕਿਤੇ ਨਹੀਂ ਜਾਣਾ, ਕੀਪ ਵਾਚਿੰਗ ਸਾਂਝਾ ਟੀਵੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ, ਬਹੁਤ ਸਾਰੇ ਸਵਾਲ ਅਸੀਂ ਡਾਕਟਰ ਗੈਰੀ ਹੋਣਾ ਨੂੰ ਹੋਰ ਪੁੱਛਾਂਗੇ ਹਾਲੇ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਖਾਸ ਮੁਲਾਕਾਤ ਵਿੱਚ। ਅੱਜ ਸਾਡੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਮੰਗਟ, ਡਾਕਟਰ ਗੈਰੀ ਮੰਗਟ ਜੀ ਪਹੁੰਚੇ ਹੋਏ ਨੇ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਜਦੋਂ ਹੋਮੋਪੈਥਿਕ ਦੀ ਗੱਲ ਹੁੰਦੀ ਹੈ, ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਧਾਰਨਾ ਆ, ਉਹਨਾਂ ਦੇ ਮਨ ਦੇ ਵਿੱਚ ਸਵਾਲ ਬਹੁਤ ਹੁੰਦੇ ਆ। ਸੋ ਡਾਕਟਰ ਗੈਰੀ ਅੱਜ ਸਾਨੂੰ ਦੱਸ ਰਹੇ ਆ ਇਹਦੇ ਬਾਰੇ, ਔਰ ਬੜਾ ਵਧੀਆ ਜਾਣਕਾਰੀ ਦੇ ਰਹੇ ਆ। ਸੋ ਮੈਨੂੰ ਉਮੀਦ ਹੈ ਤੁਸੀਂ ਪਸੰਦ ਕਰ ਰਹੇ ਹੋਵੋਗੇ। ਸੋ ਡਾਕਟਰ ਗੈਰੀ, ਬੜਾ ਵਧੀਆ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਜਿਹੜੀਆਂ ਕਰੋਨਿਕ ਡਿਜ਼ੀਜ਼ ਹੁੰਦੀਆਂ ਉਹਨਾਂ ਨੂੰ ਥੋੜ੍ਹਾ ਲੰਬਾ ਸਮਾਂ ਲੱਗਦਾ, ਅਤੇ ਜਿਹੜੀ ਬਿਮਾਰੀ ਝਟਪਟ ਆਈ, ਜਿਵੇਂ ਫਲੂ ਆ ਗਿਆ, ਅਤੇ ਉਹ ਛੇਤੀ ਠੀਕ ਹੋ ਜਾਂਦੀ ਹੈ। ਪਰ ਜਿਵੇਂ ਹੁਣ ਕੋਵਿਡ-19 ਆ, ਇਹ ਵੀ ਇੱਕ ਵਾਇਰਸ ਆ, ਹਾਂਜੀ, ਔਰ ਇਸ ਵਾਇਰਸ ਦੀ ਹਲੇ ਤੱਕ ਕੋਈ ਵੈਕਸੀਨ ਵੀ ਨਹੀਂ ਬਣੀ। ਹਾਂਜੀ, ਔਰ ਜਿਹੜੇ ਸਾਡੇ ਰੈਗੂਲਰ ਫਲੂ ਹੁੰਦੇ, ਸਾਨੂੰ ਆਏ ਸਾਲ ਹੁੰਦੇ, ਹਰ ਇੱਕ ਨੂੰ ਹੁੰਦੇ ਆ, ਉਹਦੇ ਇੰਜੈਕਸ਼ਨ ਹਰ ਸਾਲ ਲੱਗਦੇ ਆ। ਔਰ ਕਈ ਲੋਕ ਨਹੀਂ ਵੀ ਲਵਾਉਂਦੇ, ਉਹ ਇਹਨੂੰ ਨਹੀਂ ਸੇਫ ਸਮਝਦੇ, ਪਰ ਮੋਸਟ ਲੋਕ ਲਵਾਉਂਦੇ ਆ ਹਰ ਸਾਲ ਇੰਜੈਕਸ਼ਨ, ਕਿ ਫਲੂ ਦਾ ਇੰਜੈਕਸ਼ਨ ਲੱਗ ਗਿਆ। ਸੋ ਉਹ ਤੇ ਇਹ ਜਿਹੜਾ ਫਲੂ ਆ ਕੋਵਿਡ-19 ਆ, ਤੇ ਜਿਹੜਾ ਰੈਗੂਲਰ ਫਲੂ ਆ, ਕਿ ਉਹਦੇ ਵਿੱਚ ਸਾਨੂੰ ਉਹ ਟੀਕੇ ਲਵਾਉਣੇ ਹੈਵ ਟੂ ਆ, ਕਿ ਉਹ ਸਾਡੀ ਸੇਫਟੀ ਲਈ ਆ। ਤੇ ਜਿਨ੍ਹਾਂ ਲੋਕਾਂ ਨੇ ਉਹ ਲਵਾਏ ਵੀ ਆ, ਜਾਂ ਕਈ ਨਹੀਂ ਵੀ ਲਵਾਉਂਦੇ, ਤੇ ਜੇ ਹੋਮੋਪੈਥਿਕ ਵਿੱਚ ਕੁਝ ਇਹੋ ਜਿਹਾ ਇਲਾਜ ਹੈਗਾ ਆ ਕਿ ਜੇ ਅਸੀਂ ਇਹਨੂੰ ਵੈਸੇ ਹੀ ਆਪਣੀ ਬਾਡੀ ਨੂੰ ਇੰਨਾ ਤੰਦਰੁਸਤ ਰੱਖੀਏ ਕਿ ਸਾਨੂੰ ਕੋਈ ਵਾਇਰਸ ਅਫੈਕਟ ਹੀ ਨਾ ਕਰੇ? ਹਾਂਜੀ, ਬਹੁਤ ਹੀ ਵਧੀਆ ਸਵਾਲ ਆ। ਪਹਿਲੀ ਗੱਲ ਤਾਂ ਕੋਵਿਡ ਦੀ ਗੱਲ ਕਰਨੀ ਆ, ਮੈਂ ਇੱਕ ਡਿਸਕਲੇਮਰ ਕਰੂੰਗਾ, ਕਿਉਂਕਿ ਉਹ ਇਹ ਆ ਵੀ ਨਾ ਤਾਂ ਆਪਾਂ ਇਸ ਚੀਜ਼ ਕਿਸੇ ਡਾਕਟਰ ਦੀ ਕਿਸੇ ਸੁਜੈਸ਼ਨ ਨੂੰ ਜਾਂ ਕਿਸੇ ਮੈਡੀਕੇਸ਼ਨ ਨੂੰ ਕੰਡੈਮ ਕਰਨਾ, ਨਾ ਆਪਾਂ ਕੋਈ ਇਹ ਕਹਿਣਾ ਵੀ ਸਾਡੇ ਕੋਲ ਕੋਈ ਇਲਾਜ ਹੈਗਾ ਤਾਂ ਪੱਕਾ, ਕਿਉਂਕਿ ਕਿਸੇ ਕੋਲ ਪੱਕਾ ਹੈ ਨਹੀਂ, ਔਰ ਹੋ ਵੀ ਜਾਵੇ ਤਾਂ ਉਹਦਾ ਕੋਈ ਸਬੂਤ ਨਹੀਂ ਹੈਗਾ। ਪਰ ਇਹ ਚੀਜ਼ ਹੈ ਕਿ ਪਹਿਲੀ ਗੱਲ ਤਾਂ ਇਹ ਵੀ ਕੋਵਿਡ ਕੀ ਆ, ਇਹਦੀ ਗੱਲਾਂ ਬਹੁਤ ਹੋਈਆਂ, ਆਪਾਂ ਇਹਨੂੰ ਲੰਬਾ ਨਹੀਂ ਕਰਨਾ। ਇਹ ਸਟਾਰਟ ਤਾਂ ਬੇਸਿਕਲੀ 1918 'ਚ, ਜਿਹਨੂੰ ਸਪੈਨਿਸ਼ ਫਲੂ ਕਹਿੰਦੇ ਨੇ, 19 ਤੱਕ ਚੱਲਿਆ ਸੀਗਾ, ਤਕਰੀਬਨ 4 ਕਰੋੜ ਬੰਦਾ ਮਰਿਆ ਸੀ ਉਹਦੇ ਨਾਲ ਸਾਰੇ ਥਾਈਂ। ਉਦੋਂ ਵੀ ਕਹਿੰਦੇ ਸਪੈਨਿਸ਼ ਫਲੂ ਸੀ, ਅਨਫੋਰਚੂਨੇਟਲੀ ਜਾਂ ਕਹਿ ਲਓ ਜਾਂ ਕੋਇਨਸੀਡੈਂਟਲੀ ਕਹਿ ਲਓ, ਇਹ ਚਾਈਨਾ ਤੋਂ ਵੀ ਆਇਆ ਸੀ। ਚਾਈਨਾ ਦੇ ਫੌਜੀ ਜਿਹੜੇ ਉੱਥੇ ਆਏ ਸੀ ਉਹਨਾਂ ਨੂੰ ਹੋਇਆ ਸੀ ਪਹਿਲਾਂ, ਉਹ ਹਜ਼ਾਰਾਂ ਨੂੰ ਗਿਣਤੀ 'ਚ ਹੋ ਗਿਆ, ਲੋਕਾਂ ਨੂੰ ਹੋ ਗਿਆ, ਉਹ ਮਰਦੇ ਚਲੇ ਗਏ। ਸੋ ਅਸਲ 'ਚ ਕੋਵਿਡ ਦਾ ਪਹਿਲਾ ਉਹ ਇੱਕ ਕਿਸਮ ਕੋਵਿਡ ਦੇ ਵਿੱਚੋਂ ਹੀ ਉਹੀ ਨਸਲ ਸੀ, ਉਹ ਬਦਲਦੀ ਫਿਰ ਸਾਰਸ ਆ ਗਿਆ 2003 'ਚ, ਮਰਜ਼ ਆ ਗਈ, ਇਹ ਚੀਜ਼ ਉਹ ਕਰਦਾ ਹੁਣ ਇਹ ਬਣਿਆ। ਅੱਛਾ, ਜਿਹੜੀ ਗੱਲ ਆਪਾਂ ਕਰਦੇ ਹਾਂ ਇਹਦੇ ਇਲਾਜ ਦੀ ਗੱਲ, ਇਲਾਜ ਕੋਈ ਹੱਲ ਬਣਿਆ ਨਹੀਂ, ਵੈਕਸੀਨ ਬਾਰੇ ਟਰਾਈਆਂ ਹੋ ਰਹੀਆਂ ਨੇ, ਪਰ ਹਾਂ ਇੱਕ ਦੋ ਚੀਜ਼ਾਂ ਦਾ ਮੈਂ ਪੂਰੀ ਸਟ੍ਰੈਸ ਦੇਵਾਂਗਾ ਵੀ ਆਪਾਂ ਉਹ ਬਚਾਅ ਆਪਣਾ ਕਿਵੇਂ ਕਰ ਸਕਦੇ ਹਾਂ ਆਪਣੇ ਕੋਲ। ਇੱਕ ਤਾਂ ਹੋਮਿਓਪੈਥਿਕ ਜੇ ਮੈਡੀਸਨ ਦੀ ਗੱਲ ਕਰੀਏ, ਉਹ ਮੇਰੀ ਕੋਈ ਆਪਣੀ ਕਾਢ ਨਹੀਂ ਹੈਗੀ, ਪਰ ਮੈਂ ਉਹਨੂੰ ਮੰਨਿਆ ਆਪਦੇ ਤੌਰ 'ਤੇ, ਕਿਉਂਕਿ ਉਹ ਮੈਡੀਸਨ ਮੈਂ ਜਾਂ ਸਾਰੇ ਹੋਮਿਓਪੈਥਾਂ ਨੇ ਬੜੀ ਐਕਸਟੈਂਸਿਵਲੀ ਯੂਜ਼ ਵੀ ਕਰਕੇ ਦੇਖੀ ਹੋਈ ਹੈ ਆਪਣੇ ਦੇ ਪੇਸ਼ੈਂਟਾਂ ਦੇ। ਔਰ ਉਹ ਇਹਦੇ ਵਰਗੇ ਜਿਹੜੇ ਇਹਦੇ ਮੇਨ ਲੱਛਣ ਨੇ ਕੋਵਿਡ ਦੇ, ਜਿਵੇਂ ਕਿ ਬੁਖਾਰ ਚੜ੍ਹ ਜਾਣਾ, ਹੱਡ ਪੈਰ ਦੁਖਣੇ, ਖੰਘ ਸੁੱਕੀ ਆ ਜਾਣੀ, ਫਿਰ ਮੁੜ ਕੇ ਨਮੂਨੀਆ ਹੋ ਜਾਣਾ, ਸਾਹ ਔਖਾ ਹੋਣਾ ਵਗੈਰਾ ਵਗੈਰਾ, ਕਈ ਵਾਰੀ ਰਨੀ ਨੋਜ਼ ਛਿੱਕਾਂ ਵੀ ਆ ਸਕਦੀਆਂ ਨੇ, ਉਹ ਸਾਰਿਆਂ ਨੂੰ ਜਿਹੜੀ ਦਵਾਈ ਆਮ ਤੌਰ 'ਤੇ ਠੀਕ ਕਰ ਦਿੰਦੀ ਆ, ਉਹਦਾ ਨਾਮ ਹੈਗਾ ਆਰਸੈਨਿਕ ਐਲਬਮ 30, ਉਹਦੀ ਹੈਗੀ ਪੋਟੈਂਸੀ। ਇਹਨੂੰ ਆਯੁਸ਼ ਮੰਤਰਾਲਾ ਜਿਹੜਾ ਆਪਣੇ ਇੰਡੀਆ ਦਾ, ਉਹਨਾਂ ਨੇ ਬੜੀ ਤੇਜ਼ੀ ਨਾਲ ਇਹਨੂੰ ਵਾਇਰਲ ਵੀ ਕੀਤਾ, ਰਿਕਮੈਂਡ ਵੀ ਕਰਦੇ ਨੇ। ਜਦੋਂ ਮੈਂ ਸੁਣੀ ਇਹ ਗੱਲ ਤਾਂ ਮੈਂ ਜਿਹੜੇ ਕੋਲ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ, ਮੈਂ ਆਪਦੇ ਪੇਸ਼ੈਂਟ ਨੂੰ ਦਵਾਈ ਫਰੀ ਦੇ ਦਿੰਦਾ ਵੀ ਭਾਈ ਮੈਂ ਨਹੀਂ ਕਹਿੰਦਾ ਇਲਾਜ ਪੱਕਾ, ਨਾ ਮੈਨੂੰ ਕਿਹੋ ਨਾ ਮੈਨੂੰ ਕੋਟ ਕਰਿਓ, ਪਰ ਜੋ ਮੈਂ ਸੁਣਨਾ ਚਾਹੁੰਦਾ ਇਹਨੇ, ਜੇ ਮੈਂ ਕਹਿੰਦਾ ਨੁਕਸਾਨ ਤਾਂ ਕੋਈ ਕਰਨਾ ਨਹੀਂ, ਫਾਇਦੇ ਜ਼ਰੂਰ ਕਰ ਦਿਓ, ਕਿਉਂਕਿ ਫਾਇਦੇ ਮੈਂ ਤਾਂ ਮੰਨਿਆ ਵੀ ਜਿਹੜਾ ਇਹ ਕੋਵਿਡ ਦੇ ਸਾਈਨ ਨੇ ਇਹ ਆਮ ਫਲੂ 'ਚ ਵੀ ਹੈਗੇ ਨੇ,
ਇੰਨਾ ਜ਼ਰੂਰ ਆ ਵੀ ਕੋਵਿਡ ਉਦੋਂ ਬੜਾ ਭਿਆਨਕ ਮੰਨਿਆ ਗਿਆ, ਕੰਟੇਜੀਅਸ ਜ਼ਿਆਦਾ, ਬੁਰੇ ਅਸਰ ਜ਼ਿਆਦਾ ਨੇ, ਤੇਜ਼ੀ ਨਾਲ ਫੈਲਦਾ। ਇਹ ਜਾਣੀ ਕਿਸਮ ਦਾ ਉਹਦਾ ਮੋਰ ਪੋਟੈਂਟ ਇੱਕ ਕਿਸਮ ਦਾ ਵਾਇਰਸ ਆ। ਹੁਣ ਦੂਸਰੀ ਗੱਲ ਬਲਜਿੰਦਰ ਜੀ, ਆਪਾਂ ਇਹ ਵੀ ਗੱਲ ਕਰੀਏ ਵੀ ਬੈਕਟੀਰੀਆ ਤੇ ਵਾਇਰਸ ਦਾ ਫਰਕ ਕੀ ਆ। ਹੁਣ ਜਦੋਂ ਬੈਕਟੀਰੀਆ ਇੱਕ ਜਿਉਂਦੀ ਚੀਜ਼ ਆ, ਉਹ ਮੈਨੇ ਆਪਣੇ ਆਪ ਕਿਸੇ ਥਾਂ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦਾ, ਆਪਦਾ ਅਟੈਕ ਕਿਸੇ ਚੀਜ਼ ਤੇ ਕਰ ਸਕਦਾ। ਇਸੇ ਕਰਕੇ ਬੈਕਟੀਰੀਆ ਦਾ ਜੋ ਨਾਮ ਆਇਆ, ਔਰ ਖਾਸ ਕਰ ਸੈਕੰਡ ਵਰਲਡ ਵਾਰ ਦੇ ਦੌਰਾਨ ਔਰ ਬਾਅਦ 'ਚ, ਉਦੋਂ ਐਲੋਪੈਥੀ ਬੜੀ ਚਮਕੀ ਕਿਉਂਕਿ ਉਹਨਾਂ ਨੇ ਪੈਨਿਸਿਲਿਨ ਦੀ ਕਾਢ ਕੱਢ ਲਈ। ਪੈਨਿਸਿਲਿਨ ਐਂਟੀਬਾਇਓਟਿਕ ਸੀ, ਉਹਨੇ ਬੜਾ ਹੀ ਫਾਇਦਾ ਕੀਤਾ ਲੋਕਾਂ ਦੇ ਜ਼ਖਮਾਂ ਨੂੰ, ਮਰਨ ਲੱਗੇ ਲੋਕਾਂ ਨੂੰ, ਕੋਈ ਕਿਸੇ ਨੂੰ ਟੀਬੀ ਖਾਸ ਕਰ ਹੱਦ ਤੱਕ ਵੀ ਯੂਜ਼ ਕੀਤੀ ਜਾਂਦੀ ਆ, ਪਲਮੋਨਰੀ ਟਿਊਬਰਕਲੋਸਿਸ ਹੈ ਜਿਹੜੀ, ਉਹ ਇੰਨੀ ਚੱਲਿਆ ਕੰਮ। ਇਮਿਊਨਿਟੀ ਤਾਂ ਨਹੀਂ ਕੀਤੀ, ਪਰ ਕਿਉਂਕਿ ਬੈਕਟੀਰੀਆ ਸੀ, ਉਹ ਐਂਟੀਬੈਕਟੀਰੀਅਲ ਆ, ਐਂਟੀਬਾਇਓਟਿਕ। ਐਂਟੀਬਾਇਓਟਿਕ ਦਾ ਮਤਲਬ ਕੀ ਆ? ਬਾਇਓਸ ਮੀਨਸ ਹੁੰਦੀ ਆ ਲਾਈਫ, ਐਂਟੀ ਮੈਨ ਉਹਦੇ ਅਗੇਂਸਟ, ਉਹਨੂੰ ਮਾਰਦੀ ਆ। ਸੋ ਇਹਨਾਂ ਨੇ ਉਹ ਐਂਟੀਬਾਇਓਟਿਕ ਨਾਲ ਕਿਸੇ ਵੀ ਬੈਕਟੀਰੀਆ ਨੂੰ ਮਾਰਨ ਦੀ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਈਜਾਦ ਕਰ ਲਈਆਂ ਫਾਰਮਾਸਿਊਟੀਕਲ ਨੇ, ਔਰ ਬੜੀਆਂ ਸੋਹਣੀਆਂ ਚੱਲੀਆਂ। ਜਦੋਂ ਗੱਲ ਆਈ ਵਾਇਰਸ ਵੀ, ਵਾਇਰਸ ਐਸੀ ਚੀਜ਼ ਆ ਵੀ ਜਿਉਂਦਾ ਵੀ ਜਿਉਂਦਾ ਨਹੀਂ ਵੀ, ਇੱਕ ਵਿੱਚ ਵਿਚਾਲੇ ਆ ਜੀ। ਜੇ ਆਪਾਂ ਨੂੰ ਲੰਬਾ ਨਹੀਂ ਕਰਦੇ, ਇਹ ਕਿਸਮ ਦਾ RNA ਹੁੰਦਾ ਜਾਂ DNA RNA, ਆਪਣਾ ਜੈਨੇਟਿਕ ਇਨਫੋਰਮੇਸ਼ਨ ਨੂੰ ਰਿਬੋਨਿਊਕਲਿਕ ਐਸਿਡ ਕਹਿੰਦੇ ਨੇ, ਉਹਦੇ ਉੱਪਰ ਇੱਕ ਪ੍ਰੋਟੀਨ ਦੀ ਤਹਿ ਆ। ਇਹ ਸੋ ਇਹ ਕੀ ਇਹ ਚੀਜ਼ ਇਹ ਆਪਣੇ ਆਪ ਸਭ ਚੱਲ ਨਹੀਂ ਸਕਦਾ, ਇੱਕ ਤਾਂ ਦੂਜੀ ਥਾਂ ਨਹੀਂ ਜਾ ਸਕਦਾ। ਹਾਂ, ਮੈਂ ਛਿੱਕ ਮਾਰੀ, ਤੁਹਾਡੇ ਨੇੜੇ ਆ ਗਈ, ਤੁਹਾਡੇ ਅੰਦਰ ਐਂਟਰ ਹੋ ਗਿਆ, ਨੱਕ ਚੋਂ, ਮੂੰਹ ਚੋਂ, ਅੱਖਾਂ ਚੋਂ, ਕੰਨਾਂ ਚੋਂ, ਜੋ ਸਕਿਨ ਦੇ ਥਰੂ ਕਿਸੇ ਤਰੀਕੇ ਜੇ ਐਂਟਰ ਹੋ ਗਿਆ, ਫਿਰ ਉਹਨੇ ਕੋਈ ਸੈੱਲ ਫੜ ਲੈਣਾ ਤੁਹਾਡਾ ਬੋਡੀ ਦਾ, ਫਿਰ ਉੱਥੇ ਬਹਿ ਕੇ ਨਾਲੇ ਤਾਂ ਉਹਨੂੰ ਖਾਣਾ ਸ਼ੁਰੂ ਕਰ ਦੇਣਾ, ਉਹਨੂੰ ਪਿੱਗੀ ਬੈਕ ਕਰ ਲੈਣਾ, ਨਾਲੇ ਉਹਨੇ ਕਿਸਮ ਦਾ ਹਾਈਜੈਕ ਕਰ ਲੈਣਾ। ਫਿਰ ਇਹਨੇ ਕੀ ਕਰਨਾ, ਉਹਨੂੰ ਰੈਪਲੀਕੇਟ ਹੋ ਕੇ ਆਪਦੀ ਕਾਪੀਆਂ ਬਣਾਉਣੀ ਸ਼ੁਰੂ ਕਰ ਦੇਣੀਆਂ। ਉਦੋਂ ਇੱਕ ਕਿਸਮ ਦਾ ਜਾਨਦਾਰ ਵਾਲਾ ਹੀ ਕੰਮ ਕਰਦਾ। ਜਦ ਕਿ ਆਪਾਂ ਜਾਨਦਾਰ ਤਾਂ ਨਹੀਂ ਕਹਿੰਦੇ ਤੁਰ ਫਿਰ ਨਹੀਂ ਸਕਦਾ, ਜਾਨਦਾਰ ਚੀਜ਼ ਤੁਰਦੀ ਹੈ, ਛੋਟੀ ਹੈ ਵੱਡੀ ਹੈ ਚਾਹੇ, ਫਿਰ ਤੁਰਦਾ ਹੈ ਨਹੀਂ, ਪਰ ਉਹਦੀ ਕਾਪੀਆਂ ਬਣਾ ਲੈਂਦਾ। ਜਿਹੜੀ ਚੀਜ਼ ਰੀਪਰੋਡਿਊਸ ਕਰ ਸਕਦੀ ਆ ਆਪਦੀ ਕਾਪੀਆਂ, ਤਾਂ ਇਹਨੂੰ ਸੈਂਸ ਹੋ ਜਾਂਦੀ ਵੀ ਆ, ਪਰ ਵਿਚਾਲੇ ਬਰੀਕ ਥਿਨ ਲਾਈਨ ਹੈ ਇਹਦੀ। ਸੋ ਉਹਦੇ ਉੱਪਰ ਕਿਉਂਕਿ ਉਹ ਪੂਰਾ ਜਿਉਂਦਾ ਨਹੀਂ, ਐਂਟੀਬਾਇਓਟਿਕ ਅਸਰ ਨਹੀਂ ਕਰਨੀ, ਤਾਂ ਹੀ ਹੁਣ ਹੱਥਾਂ ਪੈਰਾਂ ਦੀ ਪਈ ਸਭ ਨੂੰ। ਉੱਥੇ ਆਪਾਂ ਇਹ ਗੱਲ ਕਰਨੀ ਆ ਵੀ ਹੁਣ ਜਿਹੜੀ ਗੱਲ ਕਰਦੇ ਆ ਆਪਾਂ, ਸਾਰੀ ਦੁਨੀਆ ਦੇ ਪੱਬਾਂ ਭਾਰ ਹੋਏ ਬੈਠੇ ਨੇ, ਰਿਸਰਚ ਚੱਲ ਰਹੀ ਆ ਕਿਉਰ ਦੀ ਵੀ, ਵੈਕਸੀਨ ਦੀ ਵੀ। ਵੈਕਸੀਨ ਆਊਗੀ, ਬਹੁਤ ਟਾਈਮ ਲੱਗੂਗਾ, ਪਤਾ ਨਹੀਂ ਜਲਦੀ, ਪਰ ਜੋ ਸੁਣਨਾ ਚਾਹੁੰਦਾ ਕਿਉਰ ਬਾਰੇ ਹਾਲੇ ਕੁਛ ਪਤਾ ਨਹੀਂ ਗਾ। ਕਈ ਚੀਜ਼ਾਂ ਦੱਸਦੇ ਨੇ, ਆਪਣੇ ਪ੍ਰੈਜ਼ੀਡੈਂਟ ਟਰੰਪ ਨੇ ਗੱਲਾਂ ਕੀਤੀਆਂ ਹਾਈਡਰੋਕਲੋਰੋਕੁਇਨ ਦੀਆਂ, ਐਜ਼ੀਥਰੋਮਾਈਸਿਨ ਦੀਆਂ, ਐਸੀਆਂ ਚੀਜ਼ਾਂ ਦੀਆਂ। ਕੁਛ ਉਹ ਕਹਿੰਦੇ ਵੀ ਨੇ ਕਾਫੀ ਫਾਇਦੇ, ਚਲੋ ਉਹ ਵੀ ਚੀਜ਼ ਆ। ਜੇ ਕਿਸੇ ਨੂੰ ਹੋਇਆ ਤਾਂ ਮੈਂ ਕਹਿੰਦਾ ਜੀ ਕਿਸੇ ਨੂੰ ਹੋ ਹੀ ਜਾਂਦਾ, ਫਿਰ ਕੋਈ ਵੀ ਡਾਕਟਰ ਕਹਿੰਦਾ ਜੀ ਮੇਰੀ ਦਵਾਈ ਨਾਲ ਵੀ ਆਹ ਦੇਣੀ ਆ, ਐਜ਼ੀਥਰੋਮਾਈਸਿਨ ਦੇਣੀ ਆ, ਐਜ਼ੀਥਰੋਮਾਈਸਿਨ ਜਾਂ ਕਲੋਰੋਕੁਇਨ ਦਿਓ, ਬੰਦਾ ਰਾਜ਼ੀ ਹੋਣਾ ਚਾਹੀਦਾ, ਚਾਹੇ ਜ਼ਹਿਰ ਦਿੱਤੀ ਹੋ ਜਾਵੇ, ਉਸ ਗੱਲ ਦਾ ਕੋਈ ਚੱਕਰ ਨਹੀਂ। ਪਰ ਰੀਜ਼ਨ ਇਹ ਹੈਗਾ ਵੀ ਇਹ ਵੀ ਪੂਰੀਆਂ ਨਹੀਂ ਕਰਦੀਆਂ। ਔਰ ਜੇ ਵੈਕਸੀਨ ਬਣ ਵੀ ਗਈ ਤਾਂ ਸਾਰੀ ਦੁਨੀਆ, ਸਾਰੇ ਡਾਕਟਰ, ਮੈਡੀਕਲ ਕਮਿਊਨਿਟੀ ਬਾਰ-ਬਾਰ ਇਹ ਕਹਿ ਰਹੀ ਆ ਵੀ ਇਹ ਵਾਇਰਸ ਮਿਊਟੇਟ ਹੋ ਜਾਂਦਾ। ਈਵਨ ਹੁਣ ਆਪਾਂ ਤੁਸੀਂ ਗੱਲ ਕੀਤੀ ਫਲੂ ਦੇ, ਫਲੂ ਸ਼ਾਟ ਦੀ ਹਰ ਸਾਲ ਆਪਾਂ ਲਾਉਂਦੇ ਹਾਂ। ਹਰ ਸਾਲ ਕਿਉਂ ਲਾਉਂਦੇ ਹਾਂ ਜੀ? ਜਦ ਕਿ ਸਿਸਟਮ ਨੂੰ ਆਪਾਂ ਜੇ ਸਮਝਣਾ ਹੋਵੇ, ਇਮਿਊਨ ਸਿਸਟਮ ਨੂੰ, ਤਾਂ ਆਪਣੇ ਸਮਾਲ ਪੌਕਸ ਦੇ ਟੀਕੇ ਵੈਕਸੀਨੇਸ਼ਨ ਇੰਡੀਆ 'ਚ ਵੀ ਇੱਥੇ ਲੱਗਦੀ ਸੀ। ਔਰ ਉਹਨੂੰ ਗੂਗਲ ਕਰਕੇ ਦੇਖੋ, ਅਪ ਟੂ 50 ਸਾਲ ਉਹਦਾ ਸਾਡਾ। ਈਵਨ ਹੈਪੇਟਾਈਟਸ 10 ਸਾਲ ਮਿਨੀਮਮ ਕਹਿੰਦੇ ਜੀ, ਉਹਦਾ ਕੋਰਸ ਕਰ ਲਿਆ 2-3 ਦਾ। ਉਹ ਕਿਉਂ? ਕੋਈ ਸਾਡੇ ਮੈਮਰੀ ਸੈੱਲ ਨੇ ਜਿਹੜੇ, ਉਹਨਾਂ ਨੂੰ ਪਤਾ ਹੋਵੇ ਐਂਟੀਬਾਇਓਟਿਕ ਅੰਦਰ ਕ੍ਰੀਏਟ ਹੋ ਗਈ ਹੈ, ਉਹ ਫਿਰ ਉਹਨੇ ਹੋਣਾ ਨਹੀਂ। ਪਰ ਫਲੂ ਸ਼ਾਟ ਕਿਉਂ ਲੱਗਦਾ ਹਰ ਸਾਲ? ਸਿੱਧਾ ਜਿਹਾ ਆਨਸਰ ਆ, ਮਿਊਟੇਟ ਕਰ ਜਾਂਦਾ। ਮਿਊਟੇਟ ਕਰਨ ਦਾ ਮਤਲਬ ਕੀ ਆ? ਉਹਦੀ ਫਾਰਮ ਚੇਂਜ ਹੋ ਜਾਂਦੀ, ਉਹ ਆਪਣੀ ਸ਼ਕਲ ਚੇਂਜ ਕਰ ਲੈਂਦਾ। ਉਹ ਕਰਦਾ ਵੀ ਕਿਸ ਤਰ੍ਹਾਂ? ਫੋਰ ਐਗਜ਼ਾਮਪਲ ਤੁਹਾਨੂੰ ਛੋਟੀ ਮਿਸਾਲ ਦਿੰਦਾ, ਕਿਸੇ ਨੇ ਪਿੱਛੇ ਕਹੀ ਨਹੀਂ, ਮੇਰੀ ਰਿਸਰਚ ਮੈਂ ਦੱਸਣ ਲੱਗਿਆ ਵੀ ਮੰਨ ਲਓ ਮੇਰੇ ਅੰਦਰ ਕੋਵਿਡ ਦਾ ਵਾਇਰਸ ਚਲਾ ਗਿਆ, ਮੇਰੇ ਸੈੱਲ ਨੂੰ ਇੱਕ ਦੇ ਉਹਨੂੰ ਖਾਣਾ ਸ਼ੁਰੂ ਕਰਤਾ, ਨਾਲ ਕਿਸੇ ਹੋਰ ਬੰਦੇ ਨੇ ਛਿੱਕ ਮਾਰੀ, ਉਹਨੂੰ ਫਲੂ ਸੀ, ਉਹ ਵੀ ਮੇਰੇ ਅੰਦਰ ਚਲੇ ਗਿਆ ਇਕੱਠੇ, ਉਹ ਵੀ ਉਸੇ ਸੈੱਲ ਦੇ ਉੱਤੇ ਜਾ ਕੇ ਬੈਠ ਗਿਆ। ਹੁਣ ਉਹ ਦੋਨਾਂ ਨੇ ਉਸ ਵਿੱਚ ਹੀ ਖਾਣਾ ਸ਼ੁਰੂ ਕਰਤਾ, ਉਹਨਾਂ ਦੇ ਕਈ ਆਪਦੇ ਜਿਹੜੇ ਜੈਨੇਟਿਕ ਇਨਫੋਰਮੇਸ਼ਨ ਆ ਉਹ ਸਾਂਝੀ ਹੋ ਜਾਂਦੀ ਆ। 4 ਕ੍ਰੋਮੋਸੋਮ ਉਹਨੇ ਲੈ ਲਏ, 4 ਉਹਨੇ ਉਹਦੇ ਲੈ ਲਏ, ਉਹਦਾ ਤੀਜਾ ਬਣ ਗਿਆ ਨਾ, ਉਹ ਜਿਵੇਂ ਕ੍ਰਾਸ ਬਰੀਡਿੰਗ ਕਹਿੰਦੇ ਆ, ਉਹ ਬਣ ਗਈ। ਅੱਛਾ ਜੀ, ਉਹ ਪੁਰਾਣੇ ਕੋਵਿਡ ਜਾਂ ਪੁਰਾਣੇ ਵਾਇਰਸ ਜਾਂ ਫਲੂ ਦੇ ਇੱਦਾਂ ਚੇਂਜ ਹੁੰਦੇ ਆਏ ਨੇ, ਤਾਂ ਮੈਨੂੰ ਤਾਂ ਪਰਸਨਲੀ ਇਹ ਸ਼ੱਕ ਆ ਜੇ ਵੈਕਸੀਨ ਬਣ ਗਈ ਵੀ ਤਾਂ 8 ਸਾਲ ਬਦਲਿਆ ਕਰਨਗੇ ਉਹਨੂੰ, ਤੇ ਬਦਲ ਕੇ ਕਿੰਨੀ ਕੁ ਵਾਰੀ ਬਦਲਣਗੇ। ਸੋ ਤੁਹਾਡੇ ਕਹਿਣ ਤੋਂ ਮਤਲਬ ਜਿਵੇਂ ਅਸੀਂ ਸੁਣਦੇ ਵੀ ਹਾਂ, ਹੋਰ ਵੀ ਬਹੁਤ ਲੋਕੀ ਕਹਿੰਦੇ ਆ ਕਿ ਜੇ ਕੋਵਿਡ ਆਇਆ ਆ ਹੁਣ ਤੇ ਇਹ ਇੰਨੀ ਛੇਤੀ ਜਾਣਾ ਨਹੀਂਗਾ, ਇਹ ਲੰਬੇ ਸਮੇਂ ਤੱਕ ਇਹਦਾ ਜਿਹੜਾ ਅਸਰ ਲੋਕਾਂ ਤੇ ਰਹੂਗਾ, ਕਿਉਂਕਿ ਵੈਕਸੀਨ ਤੇ ਹੱਲੇ ਦੀ ਕੋਈ ਬਣੀ ਨਹੀਂ ਨਾ। ਹਾਂਜੀ, ਇਸੇ ਕਰਕੇ ਜਿਹੜੀ ਆਪਾਂ ਹੁਣ ਗੱਲ ਕਰਨੀ, ਥੋੜਾ ਟਾਈਮ ਰਹਿ ਗਿਆ,
ਉਹ ਆਪਾਂ ਦੀ ਰੋਕਥਾਮ ਦੀ ਗੱਲ ਕਰਨੀ ਹੈ। ਆਰਸੈਨਿਕ ਦੀ ਗੱਲ ਇੱਕ ਪਾਸੇ ਹੋ ਗਈ, ਟਰਾਈ ਕਰ ਲਓ, ਮੈਂ ਨਹੀਂ ਕਹਿੰਦਾ ਵੀ ਉਹਦੇ 'ਤੇ ਹੀ ਬੈਠੇ ਰਹੋ। ਸੋਸ਼ਲ ਡਿਸਟੈਂਸਿੰਗ ਜ਼ਰੂਰੀ ਆ, ਜੋ ਸਰਕਾਰਾਂ ਕਹਿੰਦੀਆਂ ਨੇ ਹਾਂਜੀ ਹੱਥ ਧੋਣੇ ਜ਼ਰੂਰੀ ਨੇ, ਪਰਸਨਲ ਹਾਈਜੀਨ ਦੀ ਲੋੜ ਹੈਗੀ ਆ। ਮੂੰਹ 'ਤੇ ਕੋਈ ਕਿਤੇ ਇਹੋ ਜਿਹੀ ਥਾਂ ਜਾਂਦੇ ਕੋਈ ਚਿੱਕ ਵੀ ਆਉਂਦੀ ਤਾਂ ਇੱਦਾਂ ਕਰਕੇ ਚਿੱਕ ਮਾਰੋ, ਬਜਾ ਕੇ ਐਂ ਕਰੋ, ਹੱਥ ਨਾ ਮਿਲਾਓ, ਪੁਰਾਣੇ ਸਿਸਟਮ ਵਿੱਚ ਚਲੇ ਜਾਓ। ਹਾਂ, ਉਹ ਚੀਜ਼ਾਂ ਕਰਨੀਆਂ ਪੈਣੀਆਂ, ਨੰਬਰ 1। ਨੰਬਰ 2, ਆਪਾਂ ਨੂੰ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਬਣਾਉਣਾ ਪੈਣਾ, ਕਿਉਂਕਿ ਇਨਸਾਨ ਨੂੰ ਜਾਂ ਹਰ ਜੀਵ ਨੂੰ ਰੱਬ ਨੇ ਇਮਿਊਨ ਸਿਸਟਮ ਦਿੱਤਾ ਹੋਇਆ ਜਿਹੜਾ ਕੇਪੇਬਲ ਹੈਗਾ ਹਰ ਬੈਕਟੀਰੀਆ ਪਲੱਸ ਵਾਇਰਸ ਨੂੰ ਸਾਂਭਣ ਨੂੰ ਔਰ ਹਰਾਉਣ ਵਾਸਤੇ ਉਹ ਹੈਗਾ। ਇਸੇ ਕਰਕੇ ਜੇ ਆਪਾਂ ਹੁਣ ਦੇਖਿਆ ਜਾਵੇ ਵੀ ਇਸ ਕੋਵਿਡ ਨਾਲ ਜਾਂ ਐਟ ਲਾਰਜ ਫਲੂ ਦੇ ਨਾਲ ਕਿਹੜੇ ਲੋਕ ਮਰੇ ਨੇ, ਕਿਹੜੀ ਕੈਟੇਗਰੀ ਦੇ ਲੋਕ ਮਰੇ ਨੇ? ਮੋਸਟਲੀ ਬਜ਼ੁਰਗ ਮਰੇ ਨੇ 70-80 ਸਾਲ ਤੋਂ ਬਾਅਦ, ਜਿਹੜੇ ਕਿ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਕੰਪਰੋਮਾਈਜ਼ ਜਾਂ ਉਹਨੂੰ ਪੁਰਾਣੇ ਰੋਗ ਲੱਗੇ ਨੇ, ਕਿਸੇ ਨੂੰ ਸਾਹ ਦੀ ਬਿਮਾਰੀ ਆ, ਕਿਸੇ ਨੂੰ ਐਮਫੀਸੀਮਾ ਹੋਇਆ, ਕਿਸੇ ਨੂੰ COPD ਹੋਈ ਹੋਈ ਆ ਹਾਂਜੀ, ਕਿਸੇ ਨੂੰ ਹਾਰਟ ਦੀ ਕੋਈ ਡਾਇਬਟੀਸ ਹੋਈ ਹੈ, ਕੁਛ ਵੀ ਆ, ਜਾਂ ਕਿਸੇ ਨੂੰ ਐਜ਼ਮਾ ਹੋਇਆ ਹੈ। ਉਹ ਨੰਬਰ 2 ਕੌਣ ਮਰੇ ਨੇ? ਓਬੀਸ, ਕੋਈ ਮੋਟੇ, ਕੋਈ ਖੁਰਾਕ ਦਾ ਪਤਾ ਹੀ ਨਹੀਂ। ਹੁਣ ਜੇ ਆਪਾਂ ਦੇਖਿਆ ਜਾਵੇ ਅਮਰੀਕਾ 'ਚ ਵੀ ਨਿਊਯਾਰਕ 'ਚ ਕਿਉਂ ਗਿਆ ਇੰਨਾ ਜ਼ਿਆਦਾ, ਉਹਦਾ ਰੀਜ਼ਨ ਇਹ ਹੈ ਜੀ ਬਈ ਇੱਕ ਤਾਂ ਲੋਕ ਅਪਾਰਟਮੈਂਟਾਂ 'ਚ ਰਹਿੰਦੇ ਨੇ। ਆਪਣੀ ਆਯੁਰਵੇਦਾ ਕਹਿੰਦੀ ਵੀ ਜਿੰਨਾ ਧਰਤੀ ਦੇ ਨੇੜੇ ਰਹੋਗੇ ਉਨਾ ਹੀ ਤੁਸੀਂ ਰਾਜ਼ੀ ਰਹਿੰਦੇ ਹੋ। ਇਹ ਲੰਬੀ ਗੱਲ ਕਰ ਫਿਰ ਛੱਡਾਂਗੇ। ਉੱਚੀਆਂ ਅਪਾਰਟਮੈਂਟਾਂ 'ਚ ਰਹਿੰਦੇ ਨੇ, ਕਾਸਮੋਪੋਲੀਟਨ ਮੈਟਰੋਪੋਲੀਟਨ ਕਾਸਮੋਪੋਲੀਟਨ ਸਿਟੀ ਦੁਨੀਆ ਆਉਂਦੀ ਬਹੁਤ ਬਾਹਰੋਂ ਉੱਥੋਂ ਹੋ ਗਿਆ। ਫਿਰ ਉਹ ਲੋਕਾਂ ਦਾ ਲਾਈਫ ਸਟਾਈਲ ਕੀ ਆ? ਜਿਵੇਂ ਕਹਿੰਦਾ ਲਾਈਫ ਇਨ ਦ ਫਾਸਟ ਲੇਨ, ਭੱਜੋ ਭੱਜ। ਉਹਨਾਂ ਨੂੰ ਸਟ੍ਰੈਸ ਕਿੰਨਾ, ਡਬਲ ਕੰਮ, ਫਿਰ ਸਿਗਰਟਾਂ ਪੀ ਲਈਆਂ, ਸ਼ਰਾਬਾਂ ਪੀ ਲਈਆਂ, ਬਾਹਰਲਾ ਖਾ ਲਿਆ, ਕੋਈ ਪੌਸ਼ਟਿਕ ਚੀਜ਼ ਖਾਂਦੇ ਹੀ ਨਹੀਂ, ਨਿਊਟ੍ਰੀਸ਼ਨਸ। ਉਹਦੇ ਨਾਲ ਜਦ ਹੋਇਆ ਥੋੜ੍ਹਾ ਠਾਠ, ਇਹ ਚੀਜ਼ ਹੋਈ ਆ। ਔਰ ਜਿਹੜੀ ਹੁਣ ਇਵਨ ਇੰਡੀਆ ਕੰਪੈਰੇਟਿਵਲੀ ਬਹੁਤ ਘੱਟ ਡੈਥ ਹੋਈ ਆ ਉੱਥੇ, ਜਿਵੇਂ ਡਰ ਸੀ ਹਾਲੇ ਪਤਾ ਨਹੀਂ ਕੱਲ੍ਹ ਨੂੰ ਚੇਂਜ ਵੀ ਹੋ ਸਕਦਾ। ਇੱਕ ਤਾਂ ਚਲੋ ਫਿਰ ਵੀ ਪ੍ਰਸ਼ਾਸਨ ਨੇ ਚਾਹੇ ਮੋਦੀ ਸਰ ਲਈ ਆਪਾਂ ਕਿਸੇ ਸਰ ਵੀ ਠੀਕ ਕੀਤਾ ਜੋ ਕੀਤਾ, ਲੋਕਾਂ ਨੇ ਕਾਫੀ ਮੰਨਿਆ ਵੀ ਆ, ਵਿਚ ਇਜ਼ ਗੁੱਡ ਉਹਦੇ ਨਾਲ। ਪਰ ਇਹ ਚੀਜ਼ ਕਈ ਥਾਵਾਂ 'ਤੇ ਬਹੁਤ ਘੱਟ ਹੋਈ ਆ। ਉਹ ਔਰ ਨਾਲ ਜਿਹੜੀ ਚੀਜ਼ ਰਜਿੰਦਰ ਜੀ ਮੈਂ ਦੱਸਣੀ ਚਾਹੁੰਦਾ ਵੀ ਵੱਡੇ ਵੱਡੇ ਡਾਕਟਰ, ਵੱਡੇ ਵੱਡੇ ਵੀਰੋਲੋਜਿਸਟ ਇਹ ਕਹਿੰਦੇ ਆ ਵੀ ਕਈ ਲੋਕ ਏਸਿਮਟੋਮੈਟਿਕ ਨੇ ਐਟ ਲਾਰਜ। ਏਸਿਮਟੋਮੈਟਿਕ ਦਾ ਮਤਲਬ ਹੈਗਾ ਵੀ ਕਈ ਲੋਕ ਅੰਦਰ ਉਹ ਕੈਰੀ ਕਰਦੇ ਨੇ ਜਰਮ ਜਾਂ ਵਾਇਰਸ ਨੂੰ, ਇਨ ਦੈਟ ਸੈਂਸ ਉਹ ਕੈਰੀਅਰ ਬਣ ਸਕਦੇ ਆ, ਪਰ ਆਪ ਨੂੰ ਨਹੀਂ ਹੁੰਦਾ ਜਾਂ ਲੱਛਣ ਨਹੀਂ ਹੁੰਦੇ। ਹੁਣ ਇੱਕ ਗੱਲ ਮੈਂ ਫਿਰ ਪੁੱਛਣੀ ਚਾਹੁੰਦਾ ਉਹਨਾਂ ਸਾਰੀਆਂ ਇਸਟੈਬਲਿਸ਼ਮੈਂਟ ਨੂੰ ਵੀ ਜੇ ਇਹ ਗੱਲ ਥੋੜ੍ਹੀ ਠੀਕ ਆ ਜਿਹੜੀ ਕਿ ਹੈਗੀ ਵੀ ਆ, ਫਿਰ ਤੁਸੀਂ ਜਿਹੜੇ ਲੋਕ ਜਿਹਨਾਂ ਨੂੰ ਨਹੀਂ ਹੋ ਰਿਹਾ ਬਜਾਏ ਕਿ ਇੰਨਾ ਹੀ ਛੱਡ ਦਵਾਂ ਇਸ ਗੱਲ ਨੂੰ ਅੱਧੀ ਅਧੂਰੀ, ਇਹ ਕਿਉਂ ਨਹੀਂ ਕਰਦੇ ਵੀ ਉਹਨਾਂ ਨੂੰ ਕੋਈ ਲੇਡੀ ਆ ਬੰਦਾ ਕਿਸੇ ਵੀ ਏਜ 'ਚ ਜਾ ਕੇ ਪੁੱਛ ਕੇ ਉਹਨਾਂ ਦੀ ਹਿਸਟਰੀ ਚੈੱਕ ਕਰੋ ਵੀ ਉਹ ਕੀ ਖਾਂਦੇ ਨੇ, ਕਿਹੜਾ ਲਾਈਫ ਸਟਾਈਲ ਜਿਉਂ ਰਹੇ ਨੇ, ਕਿਉਂ ਨਹੀਂ ਹੋ ਰਿਹਾ। ਔਰ ਮੈਂ ਇਸ ਚੀਜ਼ ਨੂੰ ਦਾਅਵੇ ਨਾਲ ਕਹਿਣਾ ਜੀ ਉਹ ਨਿਕਲੂ ਵੀ ਉਹ ਚੀਜ਼ ਲੋਕ ਚੰਗੀਆਂ ਚੀਜ਼ਾਂ ਖਾਂਦੇ ਨੇ, ਉਹ ਆਲਮੋਸਟ ਸਟ੍ਰੈਸ ਉਹਨਾਂ ਬਹੁਤ ਘੱਟ ਆ, ਉਹ ਫਿਜ਼ੀਕਲ ਐਕਸਰਸਾਈਜ਼ ਕਰਦੇ ਨੇ, ਉਹਨਾਂ ਦੀ ਹਾਈਜੀਨ ਜ਼ਿਆਦਾ ਚੰਗੀ ਆ, ਉਹ ਸਾਰੀਆਂ ਚੀਜ਼ਾਂ ਵਿੱਚ ਆ ਜਾਣੀਆਂ। ਮਤਲਬ ਨਟਸ਼ੈਲ 'ਚ ਕੀ ਹੋ ਗਿਆ ਵੀ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਸਟਰੋਂਗ ਆ, ਕਿਉਂਕਿ ਇਮਿਊਨ ਸਿਸਟਮ ਵਿੱਚ ਵੀ ਜਿਹੜੇ ਆਪਾਂ ਬਹੁਤ ਵੱਡਾ ਇਹਨੂੰ ਕਦੇ ਲੰਬਾ ਕਰਾਂਗੇ, ਪਰ ਇਹਦੇ ਵਿੱਚ ਲਿਫੋਸਾਈਟਸ ਨੇ ਜਿਹੜੇ ਹਾਂਜੀ ਉਹ ਉਹਦੇ ਨਾਲ ਔਰ ਉਹ ਇਸੇ ਚੀਜ਼ ਔਰ ਸਿਸਟਮ ਨੂੰ WBC ਦੇ ਵਿੱਚੋਂ ਨਹੀਂ ਉਹ ਇਹਨੂੰ ਆਪਦੀ ਐਂਟੀਬਾਡੀਜ਼ ਬਣਾਉਣ ਵਾਸਤੇ ਉਹਨਾਂ ਕੋਲ ਐਨਰਜੀ ਇਸ ਕਿਸਮ ਦੀ ਹੈਗੀ ਆ। ਯਾਨੀ ਜਦ ਕੋਈ ਰੋਗ ਆਉਂਦਾ ਤਾਂ ਉਹ ਉਹਨੂੰ ਪਹਿਲਾਂ ਲੋਕੇਟ ਕਰ ਲੈਂਦੇ ਨੇ, ਫਿਰ ਉਹਨੂੰ ਦੇਖ ਕੇ ਵੀ ਕਿਵੇਂ ਇਹਦਾ ਹਥਿਆਰ ਤੇ ਕੀ ਵਰਤਣਾ ਉਹ ਬਣਾ ਕੇ ਐਂਟੀਬਾਡੀਜ਼ ਤਿਆਰ ਕਰ ਲੈਂਦੇ ਨੇ, ਐਂਟੀਜਨ ਨਾਲ ਪਹਿਲਾਂ ਉਹ ਤੋਂ ਮਾਰਕ ਕਰ ਲੈਂਦੇ ਨੇ, ਫਿਰ ਫੈਗੋਸਾਈਟਸ B ਕਿਲਰ ਸੈਲਸ T ਕਿਲਰ ਸੈਲਸ ਭੇਜ ਦਿੰਦੀ ਆ ਬਾਡੀ ਲਿੰਫੈਟਿਕ ਸਿਸਟਮ ਦੇ ਥਰੂ, ਉਹ ਉਹਨਾਂ ਨੂੰ ਜਾ ਕੇ ਖਾ ਜਾਂਦੇ ਆ। ਫਿਰ ਮੈਮਰੀ ਸੈੱਲ ਨੂੰ ਯਾਦ ਰੱਖਦੇ ਆ ਵੀ ਗਾਂ ਨੂੰ ਇਹ ਚੀਜ਼ ਹੋਈ ਤਾਂ ਆਪਾਂ ਇਹਦਾ ਬਚਾਅ ਰੱਖਣਾ। ਸੋ ਉਹ ਚੀਜ਼ ਸਿਸਟਮ ਇਮਿਊਨ 'ਤੇ ਹੀ ਆ ਗਈ। ਇਮਿਊਨ ਸਿਸਟਮ ਆਪਾਂ ਹੁਣ ਕਿਵੇਂ ਵਧਾਉਣਾ ਜੀ? ਆਪਾਂ ਇਹ ਮੈਂ ਥੋੜ੍ਹੇ ਜਿਹੇ ਕੁਐਸਚਨ ਉਸਕੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸ ਦਿੰਦਾ ਜੀ। ਪਹਿਲੀ ਗੱਲ ਤਾਂ ਵੀ ਘਰੇ ਖਾਣਾ ਸਿੱਖੋ, ਜਿਹੜਾ ਆਪਾਂ ਹੁਣ ਕਰ ਰਹੇ ਹਾਂ। ਆਪਦੀਆਂ ਚੀਜ਼ਾਂ ਜੋ ਉਗਾ ਸਕਦੇ ਹੋ, ਔਰਗੈਨਿਕ ਚੀਜ਼ਾਂ ਖਾਓ, GMO ਚੀਜ਼ਾਂ ਤੋਂ ਪਰੇ ਰਹੋ। ਹੁਣ GMO ਸਟੈਂਡਸ ਫॉर ਜੈਨੇਟਿਕਲੀ ਮੋਡੀਫਾਈਡ ਆਰਗੈਨਿਜ਼ਮ, ਜਿਹੜੀਆਂ ਚੀਜ਼ਾਂ ਹਾਈਬ੍ਰਿਡਾਈਜ਼ ਕੀਤੀਆਂ ਜਾਂਦੀਆਂ ਜਿਵੇਂ ਮੱਕੀ ਆ, ਸੋਇਆਬੀਨਸ ਆ, ਈਵਨ ਫਿਸ਼ ਵਗੈਰਾ ਵੀ ਹੁਣ ਤਾਂ ਕਰਨ ਲੱਗੇ ਨੇ। ਇਹ ਨੁਕਸਾਨ ਈਵਨ ਕਣਕ ਕਿਉਂ ਲੋਕਾਂ ਨੂੰ ਸੀਲੀਐਕ ਡਿਜ਼ੀਜ਼ ਕਰਨ ਲੱਗ ਗਈ, ਕਿਉਂ ਹੋਣ ਲੱਗ ਗਈ? ਰੀਜ਼ਨ ਕੀ ਆ? ਉਹਦਾ ਮੋਲੀਕੂਲ ਚੇਂਜ ਕਰਤਾ ਇਹਨਾਂ ਨੇ, ਉਹਦਾ ਝਾੜ ਵਧਾਉਣ ਨੂੰ। ਉਹ ਚੀਜ਼ ਰਹੀ ਨਹੀਂ। ਉਹ ਬੋਡੀ ਹੈ ਜਿਹੜੀ ਸਾਡੀ ਗਿੱਜੀ ਹੋਈ ਉਹੀ ਕਣਕ ਖਾਣ ਨੂੰ, ਅਤੇ ਅਸੀਂ 50 ਸਾਲ 'ਚ ਬੰਦਾ ਉਹੀ ਰਹਿ ਗਿਆ। ਇਹ ਚੇਂਜ ਹੋ ਗਿਆ ਸਿਸਟਮ। ਉਹ ਬੋਡੀ ਉਹਨੂੰ ਪਛਾਣ ਨਹੀਂ ਪਾਉਂਦੀ, GMO ਚੀਜ਼ ਨੂੰ ਬੋਡੀ ਸਮਝ ਨਹੀਂ ਪਾਉਂਦੀ ਵੀ ਕੀ ਆ। ਦੁੱਧ ਵੀ ਕਿਉਂ
ਲੋਕਾਂ ਨੂੰ ਲੈਕਟੋਸਿਸ ਪ੍ਰੋਬਲਮ ਕਿਉਂ ਹੋ ਗਈ? ਇਸੇ ਕਰਕੇ ਹੋ ਗਿਆ ਵੀ ਉਹ ਦੁੱਧ ਇਹਨੇ ਹੋਮੋਜਨਾਈਜ਼ ਕਰਤਾ। ਹੋਮੋਜਨਾਈਜ਼ ਕਰਨ ਦੇ ਨਾਲ ਦੁੱਧ ਦਾ ਮੋਲੀਕੂਲ ਸ਼ਰਿੰਕ ਹੋ ਗਿਆ, ਉਹਦੀ ਜਿਹੜੀ ਕੈਮੀਕਲ ਸਟਰਕਚਰ ਸੀ ਉਹ ਰੋਂਗ ਹੋ ਗਈ, ਸਾਡੀ ਬੋਡੀ ਨੂੰ ਸਮਝ ਨਹੀਂ ਪਾਉਂਦੀ। ਉਹ ਰੀਜ਼ਨ ਹੋ ਗਿਆ ਸਾਨੂੰ ਉਧਰੋਂ ਖਰਾਬ ਕਰਨ ਦਾ। ਉਹਦੀ ਕੋਈ ਗੱਲ ਹੀ ਨਹੀਂ ਕਰਦਾ ਵੀ ਕਿਉਂ, ਔਰ ਉਹਨਾਂ ਚੀਜ਼ਾਂ ਦੀ ਲੋੜ ਵੀ ਨਹੀਂ। ਔਰ ਦੁੱਧ ਦੀ ਗੱਲ ਵੀ ਕਰੀਏ, ਆਪਾਂ ਪੀਂਦੇ, ਮੈਂ ਵੀ ਚਾਹ ਪਾਣੀ ਪੀ ਲੈਣਾ ਕਦੇ ਕਦੇ ਦੁੱਧ ਪਾ ਕੇ, ਆਪਾਂ ਕੀ ਹੈ। ਪਰ ਦੁੱਧ ਜਿਹੜੀਆਂ ਗਾਈਆਂ ਮੱਝਾਂ ਦਿੰਦੀਆਂ ਆਪਦੇ ਬੱਚੇ ਕੱਟੇ ਨੂੰ ਤਾਂ ਉਹ 15-20 ਦਿਨ ਤੋਂ ਬਾਅਦ ਚੁੰਗਣੇ ਨਹੀਂ ਦਿੰਦੀਆਂ, ਬੰਦਾ ਹਟਦਾ ਹੀ ਨਹੀਂ ਸਾਰੀ ਉਮਰ। ਦੁੱਧ ਕੋਈ ਬੰਦੇ ਲਈ ਬੜੀ ਚੰਗੀ ਚੀਜ਼ ਨਹੀਂ। ਹਾਂ, ਉਸ ਤੋਂ ਬਣਿਆ ਨਹੀਂ ਕਿ ਉਹ ਜੋ ਚੀਜ਼ਾਂ ਨਹੀਂ ਇੰਨੇ ਬੈਡ ਨਹੀਂ ਹੈਗੀਆਂ। ਉਸ ਆਪਾਂ ਨੂੰ GMO ਤੋਂ ਹਟ ਕੇ ਬੈਕ ਟੂ ਬੇਸਿਕਸ ਜਾਣਾ ਪੈਣਾ। ਜੇ ਮੈਨੂੰ ਕੀ ਪੁੱਛੇ ਬੀਇੰਗ ਨਿਊਟ੍ਰੀਸ਼ਨਿਸਟ, ਮੈਂ ਕੋਈ ਦੇਸੀ ਘਿਓ ਖਾ ਲਓ, ਦੇਸੀ ਘਿਓ ਕੋਈ ਪ੍ਰੋਬਲਮ ਮੈਂ ਕਰਦਾ ਤਾਂ ਦੇਖਿਆ ਨਹੀਂ। ਮੇਰੇ ਬਾਬਾ ਜੀ 90 ਸਾਲ ਤੋਂ ਉੱਤੇ ਗੁਜ਼ਰੇ, ਉਹਨਾਂ ਜਿਹੜਾ ਮਿੱਠਾ ਗੁੜ ਵਗੈਰਾ ਖਾਸ ਕਰ ਦੇਸੀ ਘਿਓ ਨਹੀਂ ਖਾਧਾ। ਮੇਰਾ ਡੈਡੀ ਇੱਥੇ ਪ੍ਰਿੰਸੀਪਲ ਦਲੀਪ ਸਿੰਘ ਨੂੰ ਦੁਨੀਆ ਇੱਥੇ ਸਾਰੀ ਜਾਣਦੀ ਆ, ਪਿਛਲੇ ਸਾਲ ਡੈਥ ਹੋਈ ਉਹਨਾਂ ਦੀ 94 ਦੇ ਕਲੋਜ਼ ਚਲੇ ਗਏ ਸੀ। ਉਹਨਾਂ ਜਿਹਨਾਂ ਗੁੜ ਵਗੈਰਾ ਵੀ ਅਤੇ ਘਿਓ ਕੋਈ ਵੀ ਨਹੀਂ ਸੀ ਖਾਂਦਾ, ਔਰ ਉਹਨਾਂ ਦੀ ਡੈਥ ਏਸੀ ਨਾਲ ਹੋਈ ਹੀ ਨਹੀਂ, ਉਮਰ ਨਾ ਹੋ ਗਈ। ਸੋ ਕਹਿਣ ਦਾ ਮਤਲਬ ਕੀ ਆ ਬਈ ਇਹ ਚੀਜ਼ਾਂ ਨੂੰ ਸਾਨੂੰ ਰੋਕਿਆ ਗਿਆ ਕਿਉਂਕਿ ਉਹਦੇ ਪਿੱਛੇ ਬਿਗ ਫਾਰਮਾ ਇੱਕ ਐਸੀ ਗ੍ਰੀਡੀ ਕੌਮ ਹੈਗੀ ਆ, ਦਵਾਈਆਂ ਬਣਾਉਣ ਵਾਲੇ। ਉਹਨਾਂ ਨੇ ਸਾਡੇ ਚੰਗੇ ਭਲੇ MDs ਜਾਂ ਹੋਰ ਡਾਕਟਰਾਂ ਨੂੰ ਵੀ ਬ੍ਰੇਨ ਵਾਸ਼ ਕੀਤਾ ਪਿਆ ਵੀ ਨਹੀਂ, ਇੱਕ ਪ੍ਰੋਟੋਕੋਲ ਫਾਈਲ ਉਹਨੂੰ ਤੁਸੀਂ ਉਸ ਚੀਜ਼ ਨੂੰ ਪ੍ਰੋਟੋਕੋਲ ਨੂੰ ਮੰਨੋ ਔਰ ਉਸ ਤੋਂ ਪਰੇ ਨਹੀਂ ਜਾਣਾ। ਇਸ ਕਰਕੇ ਜਦੋਂ MD ਵੀ ਬਣਾਉਂਦੇ ਨੇ, ਮੇਰੇ MD ਭਰਾ ਸੁਣਦੇ ਵੀ ਹੋਣਗੇ, ਇਹਨਾਂ ਨੂੰ ਨਿਊਟ੍ਰੀਸ਼ਨ ਜਾਂ ਵਾਈਟਮਿਨ ਥੈਰੇਪੀ ਬਾਰੇ ਬਹੁਤਾ ਦੱਸਿਆ ਹੀ ਨਹੀਂ ਜਾਂਦਾ। ਕਿਉਂ? ਉਹ ਰੀਜ਼ਨ ਪਿੱਛੇ ਇਹਨਾਂ ਦਾ ਕਸੂਰ ਨਹੀਂ ਵਿਚਾਰਿਆਂ ਦਾ। ਬਿਗ ਫਾਰਮਾ ਜਿਹੜੇ ਪਿੱਛੋਂ ਗਰੰਟਾਂ ਦਿੰਦੇ ਨੇ, ਉਹ ਮੰਗਦੇ ਹੀ ਨਹੀਂ ਵੀ ਬੰਦੇ ਰਾਜ਼ੀ ਹੋਣੇ ਸ਼ੁਰੂ ਹੋ ਜਾਣ। ਅੱਜ ਕੋਈ ਐਸਾ ਇਲਾਜ ਬਣ ਜਾਵੇ, ਫੜ ਲਓ ਵੀ ਪੁਦੀਨਾ ਜਾਂ ਮਿੰਟ ਨੂੰ ਖਾ ਕੇ ਮੰਨ ਲਓ ਵੀ ਕੋਈ ਰੋਗ ਠੀਕ ਹੁੰਦਾ ਜਾਂ ਕੈਂਸਰ ਠੀਕ ਹੁੰਦਾ, ਆਪਾਂ ਐਸਿਊਮ ਕਰ ਲਓ, ਮੈਂ ਨਹੀਂ ਕਹਿੰਦਾ ਹੁੰਦਾ। ਉਹ ਸਾਰੀਆਂ ਫਾਰਮਾਸਿਊਟੀਕਲ ਭੱਜਣ ਵੀ ਸਾਨੂੰ ਇਹਦਾ ਪੈਟਰਨ ਦਿਓ ਜੀ ਵੀ ਪੁਦੀਨੇ ਦੀ ਅਸੀਂ ਗੋਲੀ ਬਣਾਈਏ। ਹੁਣ FDA ਕਹਿੰਦੀ ਵੀ ਨਹੀਂ ਜੀ, ਪੁਦੀਨਾ ਤਾਂ ਪਹਿਲਾਂ ਤੋਂ ਬਣਿਆ ਆਉਂਦਾ, ਇਹ ਕੁਦਰਤੀ ਚੀਜ਼ ਆ, ਨਹੀਂ ਮਿਲਣਾ। ਉਹ ਜਦੇ ਪਰੇ ਹੋ ਜਾਂਦੇ ਵੀ ਗੱਲ ਨਹੀਂ ਕਰਨੀ, ਤਾਂ ਕੈਮੀਕਲ ਚੀਜ਼ ਬਣਾਓ। ਔਰ ਮੈਂ ਸਰੋਤਿਆਂ ਨੇ ਵੀ ਦੱਸ ਦੇਣਾ ਚਾਹੁੰਦਾ ਕਿ ਕੋਈ ਦਵਾਈ, ਹੁਣ ਚਾਹੇ ਆਪਾਂ ਹੋਮਿਓਪੈਥੀ ਦੀ ਗੱਲ ਕਰੀਏ, ਚਾਹੇ ਆਪਾਂ ਨੈਚੁਰੋਪੈਥੀ ਦੀ ਕਰੀਏ, ਚਾਹੇ ਆਯੁਰਵੇਦਾ ਦੀ, ਚਾਹੇ ਚਾਈਨੀਜ਼ ਮੈਡੀਸਨ ਜਾਂ ਐਲੋਪੈਥੀ, ਤਾਂ ਜੇ ਕਿਸੇ ਦਵਾਈ ਨੂੰ ਤੁਸੀਂ ਇਹ ਲਿਖ ਕੇ ਦੇਣਾ ਵੀ ਲੈਟ ਅਲੋਨ ਵੀ ਕਿਉਰ ਕਰਨ ਦੀ ਥਾਂ ਵੀ ਟਰੀਟ ਵੀ ਕਰ ਸਕਦੀ ਹੈ ਜੀ, ਤਾਂ ਉਹ FDA ਅਪਰੂਵਲ ਦੀ ਲੋੜ ਆ। FDA ਸਟੈਂਡਸ ਫॉर ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ। ਮੇਰੇ ਹਿਸਾਬ ਨਾਲ ਇੱਕ ਐਡਾ ਬੜਾ ਨੁਕਸ ਇਹਦੇ 'ਚ ਪਿਆ ਹੋਇਆ, ਫੂਡ ਅਤੇ ਡਰੱਗ ਨੂੰ ਇਕੱਠੇ ਕੀਤਾ ਹੋਇਆ। ਪਹਿਲਾਂ ਬੈਡ ਫੂਡ ਖਵਾਓ, ਫਿਰ ਡਰੱਗਾਂ ਵੇਚੋ। ਮੇਰੇ ਸਮਝ ਤੋਂ ਬਾਹਰ ਹੈ ਚੀਜ਼ ਹੈ ਜੀ। ਦੂਸਰੀ ਗੱਲ, ਇਸ ਚੀਜ਼ ਨੂੰ ਇਹ ਵੀ ਸੁਣ ਲਓ ਵੀ ਉਹ ਚੀਜ਼ ਨੂੰ ਜੇ ਤੁਸੀਂ ਲਿਖਣਾ ਵੀ ਟਰੀਟ ਕਰੋ, FDA ਅਪਰੂਵਲ ਚਾਹੀਦੀ ਹੈ। ਔਰ FDA ਅਪਰੂਵਲ ਬਲਜਿੰਦਰ ਜੀ, ਜੋ ਮੈਂ ਪੜ੍ਹਿਆ, ਲੋਕ ਵੀ ਪੜ੍ਹ ਲੈਣ, ਵੀ ਤਕਰੀਬਨ 3-4 ਸਾਲ ਲੱਗਦੇ ਨੇ ਇੱਕ ਦਵਾਈ ਨੂੰ ਲਿਆਉਣ ਨੂੰ ਸ਼ੈਲਫ 'ਤੇ ਅਪਰੂਵ ਕਰਾਉਣ ਨੂੰ, ਔਰ ਅਪ ਟੂ ਔਰ ਕਲੋਜ਼ ਟੂ 1 ਬਿਲੀਅਨ ਮੀਨਸ $1000 ਮਿਲੀਅਨ ਦਾ ਖਰਚਾ। ਸੋ ਉਹਦੇ ਨਾਲ ਕੀ ਹੋ ਗਿਆ, ਉਹ ਕੌਣ ਦਿਓ? ਹੁਣ ਜੇ ਮੈਂ ਉੱਠ ਕੇ ਜਾਂ ਕੋਈ ਹੋਰ ਬਹੁਤ ਵੱਡਾ ਡਾਕਟਰ, ਮੈਂ ਤਾਂ ਵੱਡੇ ਬੈਠੇ ਆ ਨਿਊਟ੍ਰੀਸ਼ਨਿਸਟ ਵੀ, ਸਾਰਾ ਕੁਝ ਉੱਪਰ ਤੋਂ ਉੱਪਰ, ਜੋ ਅੱਜ ਉੱਠ ਕੇ ਕਹਿ ਦੇਵੇ ਮੰਨ ਲਓ ਜੀ ਵੀ ਵਿਟਾਮਿਨ C ਆ, ਵੀ ਇਹ ਕੈਂਸਰ ਨੂੰ ਠੀਕ ਕਰਦਾ, ਇਹ ਟਰੀਟ ਕਰਦਾ ਜਾਂ ਕਿਉਰ ਕਰਦਾ, FDA ਨੇ ਉਦੋਂ ਹੀ ਫੜ ਲੈਣਾ ਸੰਗੀ ਤੋਂ। ਔਰ ਅੱਛਾ FDA ਵੀ ਉਹ ਜੇ ਨਾਲ ਜੇ ਲਿਖਣਾ ਪਵੇ ਹਾਂਜੀ ਇਹ ਫਾਇਦੇਮੰਦ ਹੈਗਾ, ਡਿਸਕਲੇਮਰ ਜੇ ਮੈਂ ਕੀਤਾ, ਇਹ ਕਰ ਸਕਦਾ ਕੋਈ ਫਾਇਦਾ, ਪਰ ਅਸੀਂ ਇਹਦੀ ਕੋਈ ਗਰੰਟੀ ਨਹੀਂ ਕਰਦੇ ਵੀ ਠੀਕ ਕਰੂਗਾ। ਕਿਉਂ? ਹੁਣ ਨਾਲ ਹਰ ਇੱਕ ਬੰਦਾ ਲਿਖ ਕੇ, ਈਵਨ ਵਿਟਾਮਿਨ C ਬਾਰੇ ਵੀ ਆਪਾਂ ਗੱਲ ਕਰਾਂਗੇ ਫਿਰ ਖੁੱਲ੍ਹ ਕੇ, ਕਿਉਂਕਿ ਬਹੁਤ ਤਕੜੀ ਚੀਜ਼ ਆ, ਉਹਦੇ ਬਾਰੇ ਕਹਿ ਕੇ ਵੀ ਤੁਹਾਨੂੰ ਇਹ ਚੀਜ਼ ਨਾ ਡਿਸਕਲੇਮਰ ਲਾਇਆ ਤਾਂ FDA ਨੇ ਫੜ ਲੈਣਾ। ਹੁਣ FDA ਨੂੰ ਜੇ ਮਨਜ਼ੂਰ ਕਰਾਉਣਾ ਕਿਸੇ ਨੇ ਵਿਟਾਮਿਨ C ਨੂੰ, ਆਮ ਮਿਲਦਾ ਨੈਚੁਰਲ ਚੀਜ਼ਾਂ, ਸਿਟਰਸ ਫੂਡ 'ਚੋਂ ਮਿਲਦਾ, ਆਪਣੇ 'ਚੋਂ ਨਿੰਬੂ 'ਚੋਂ, ਸੰਤਰੇ 'ਚੋਂ, ਮੌਸਮੀ 'ਚੋਂ, ਸਾਰੇ ਚੀਜ਼ਾਂ 'ਚੋਂ ਮਿਲਦਾ। ਔਰ ਅਨਫੋਰਚੂਨੇਟਲੀ ਬੰਦੇ ਦੇ ਅੰਦਰ ਬਣਦਾ ਹੀ ਨਹੀਂ, ਪਸ਼ੂਆਂ ਦੇ ਜੀਵਾਂ ਜੰਤੂਆਂ ਦੇ ਬਣਦਾ, ਆਪਣੇ ਨਹੀਂ ਬਣਦਾ, ਆਪਾਂ ਨੂੰ ਬਾਹਰੋਂ ਲੈਣਾ ਪੈਣਾ। ਅੱਛਾ, ਉਹ ਜੇ ਆਪਾਂ ਕਹਿ ਦਈਏ ਵੀ ਇਹ ਠੀਕ ਕਰਦਾ, ਉਹਦੀ ਕਹਿੰਦੇ ਵੀ FDA ਕਰਾਓ। FDA ਕੌਣ ਕਰੋ? ਫਾਰਮਾਸਿਊਟੀਕਲ ਦਾ ਫਾਇਦਾ ਨਹੀਂ, ਉਹਦਾ ਆਮ ਮਿਲਦਾ, ਓਵਰ ਦ ਕਾਊਂਟਰ ਇਹ ਉਹੀ ਮਿਲਦਾ। ਅੱਛਾ, ਹੁਣ ਨਾਲ ਲਿਖਣਾ ਕੋਈ ਹੋਰ ਸਟੱਡੀ ਦੀ ਲੋੜ ਹੈ ਜੀ, ਕਿਉਂਕਿ ਇਹ ਕਹਿ ਕੇ ਸਾਨੂੰ ਛੁੱਟਣਾ ਪੈਣਾ ਵੀ ਹੋਰ ਸਟੱਡੀ ਕਰਾਉਣੀ ਕਿੰਨੀ ਆ, 1 ਬਿਲੀਅਨ ਕਿਹਦੇ ਕੋਲੇ ਲਾਉਣ ਨੂੰ। ਇਸ ਕਰਕੇ ਕਿਸੇ ਖਾਣ ਵਾਲੀ ਚੀਜ਼ ਜਿੰਨੀ ਮਰਜ਼ੀ ਚੰਗੀ ਹੋਵੇ, ਕੋਈ ਅਸ਼ਵਗੰਧਾ ਹੋਵੇ, ਕੋਈ ਐਮਲਾ ਹੋਵੇ, ਇੰਨੀਆਂ ਜੜੀਆਂ ਬੂਟੀਆਂ ਆਪਾਂ ਇੰਡੀਆ 'ਚ ਵਰਤਦੇ ਆਏ ਹਾਂ, ਈਵਨ ਖਾਣ ਵਾਲੀ ਚੀਜ਼ਾਂ ਖਾਣ ਬਿਨਾਂ ਆਪਾਂ ਰਹਿ ਨਹੀਂ ਸਕਦੇ। ਕਿਸੇ ਨੂੰ FDA ਅਪਰੂਵਲ ਦੀ ਲੋੜ ਹੈਗੀ ਆ, ਚੱਲ ਲੈ ਲਓ। ਔਰ ਕਿਉਂ ਲਓ? ਉਹ ਚੀਜ਼ਾਂ ਸਾਰੀਆਂ ਫਿਰ ਧੂੜ 'ਚ ਪਈਆਂ ਰਹਿੰਦੀਆਂ ਨੇ ਬਈ ਨਹੀਂ ਵੀ ਇਹ ਕਰ ਸਕਦੀ ਆ, ਵੀ ਪਤਾ ਨਹੀਂ ਸਾਨੂੰ ਵੀ ਹੋਊ ਕਿ ਨਹੀਂ, ਵਿਚ ਇਜ਼ ਬਿਗ ਡਾਇਲੇਮਾ। ਔਰ ਮਾਹੌਲ ਹੋ ਰਿਹਾ। ਔਰ ਜਿਹੜੀ ਚੀਜ਼ ਖਾਸ ਕਰ ਜਿਹੜਾ ਐਲੋਪੈਥੀ ਦਾ ਫਾਊਂਡਰ ਸੀ ਡਾਕਟਰ ਹਿਪੋਕਰਟੀਸ,
ਤਕਰੀਬਨ 2400 ਸਾਲ ਪਹਿਲਾਂ ਗ੍ਰੀਸ ਦੇ ਵਿੱਚ ਹੋਇਆ। ਉਹਦੀ ਬੜੀ ਦੇਣ ਆ ਅੱਜ ਕੱਲ੍ਹ ਦੇ ਮੈਡੀਕਲ ਸਿਸਟਮ ਨੂੰ ਵੀ, ਮਾਡਰਨ ਮੈਡੀਸਨ ਨੂੰ ਵੀ। ਪਰ ਜਿਹੜੀ ਉਹਨੇ ਸਭ ਤੋਂ ਚੰਗੀ ਔਰ ਸੋਨੇ ਦੀ ਗੱਲ ਕਹੀ ਸੀ, ਲੈਟ ਫੂਡ ਬੀ दाई ਮੈਡੀਸਨ ਐਂਡ ਮੈਡੀਸਨ ਬੀ दाई ਫੂਡ, ਵੀ ਖੁਰਾਕ ਹੀ ਤੁਹਾਡੀ ਦਵਾਈ ਆ ਔਰ ਦਵਾਈ ਹੀ ਤੁਹਾਡੀ ਖੁਰਾਕ ਆ। ਸੋ ਮੈਂ ਵੀ ਕਹਿੰਦਾ ਹੁੰਦਾ ਵੀ ਜਾਂ ਤਾਂ ਤੁਸੀਂ ਦਵਾਈ ਸਮਝ ਕੇ, ਖੁਰਾਕ ਨੂੰ ਦਵਾਈ ਸਮਝ ਕੇ ਖਾਓ। ਇੰਨੀ ਸੋਹਣੀ ਚੀਜ਼ ਆਪ ਕੋ ਕਰਕੇ ਔਰਗੈਨਿਕ ਚੀਜ਼ਾਂ ਲੈ ਕੇ ਪਿਆਰ ਨਾਲ ਬਣਾ ਕੇ ਖਾਓ, ਬਾਹਰ ਬਣਿਆ ਨਾ ਖਾਓ। ਜਾਂ ਫਿਰ ਸਾਰੀ ਉਮਰ ਗੋਲੀਆਂ, ਬੱਟੀਆਂ, ਡਰੱਗਸ, ਖੁਰਾਕ ਮੂੰਹ ਚੱਪ ਚੱਪ ਕੇ ਖਾਓਗੇ। ਆਪਾਂ ਆਮ ਦੇਖਦੇ ਹਾਂ ਬਜ਼ੁਰਗਾਂ ਕੋਲੇ ਬਲਿਸਟਰ ਪੈਕ ਬਣੀ ਫਿਰਦੇ ਨੇ, ਮੈਂ ਆਹ ਦਵਾਈ ਮੇਰੀ, ਆਹ ਦਵਾਈ ਮੇਰੀ, ਆਹ ਦਵਾਈ। ਹੁਣ ਉਹ ਦਵਾਈਆਂ ਅੱਧਿਆਂ ਦੀਆਂ ਮੰਨਦੇ ਨੇ, ਉਹਦੇ ਡਾਕਟਰ ਨਹੀਂ ਮਿਲਦੇ। ਹੁਣ ਚੰਗੇ ਭਲੇ ਮਰਨ ਦੀ ਗਿਣਤੀ ਕਿਉਂ ਘਟ ਗਈ ਜੀ? ਜੀ ਬਹੁਤ ਵਧੀਆ ਤੁਹਾਡੇ ਜਿਹੜੇ ਗੱਲਾਂ ਨੇ। ਮੈਨੂੰ ਲੱਗਦਾ ਕਿ ਸਾਨੂੰ ਸਮਾਂ ਬਹੁਤ ਜ਼ਿਆਦਾ ਇਹਦੇ ਲਈ ਚਾਹੀਦਾ, ਪਰ ਥੈਂਕ ਯੂ, ਤੁਸੀਂ ਆਪਣਾ ਸਮਾਂ ਕੱਢਿਆ ਔਰ ਸਾਡੇ ਨਾਲ ਗੱਲਬਾਤ ਕੀਤੀ। ਤੇ ਮੈਂ ਚਾਹੂੰਗੀ ਫਿਰ ਕਿਸੇ ਦਿਨ ਅਸੀਂ ਇਸ 'ਤੇ ਲੰਬੀ ਇੱਕ ਡਿਸਕਸ਼ਨ ਰੱਖੀਏ ਤਾਂ ਕਿ ਲੋਕੀ ਵੀ ਵਿੱਚ ਸ਼ਾਮਲ ਹੋ ਸਕਣ, ਉਹ ਵੀ ਤੁਹਾਡੇ ਤੱਕ ਸਿੱਧਾ ਸਵਾਲ ਆਪਣਾ ਪੁੱਛ ਸਕਣ। ਸੋ ਜ਼ਰੂਰ ਕਿਸੇ ਦਿਨ ਟਾਈਮ ਕੱਢਿਓ ਔਰ ਥੈਂਕ ਯੂ ਤੁਹਾਡਾ ਅੱਜ ਸਾਨੂੰ ਟਾਈਮ ਦੇਣ ਦੇ ਲਈ। ਬਸ ਜਾਣ ਤੋਂ ਪਹਿਲੇ ਇੱਕ ਮਾੜੀ ਚੀਜ਼ ਮੈਂ ਐਡ ਕਰਨਾ ਚਾਹੁੰਦਾ, ਆਪਣੇ ਆਪ ਤੁਸੀਂ ਆਪਾਂ ਚਾਹ ਵਗੈਰਾ ਵੀ ਪੀਂਦੇ ਹਾਂ, ਅਦਰਕ, ਹਰੀ ਹਲਦੀ ਆਰਗੈਨਿਕ ਮਿਲ ਜਾਵੇ, ਲੌਂਗ, ਇਲਾਇਚੀ, ਦਾਲਚੀਨੀ, ਉਹ ਚੀਜ਼ਾਂ ਇਸਤੇਮਾਲ ਕਰੋ। ਉਸ ਤੋਂ ਪਹਿਲਾਂ ਜ਼ਿੰਕ ਕੋਈ 25 ਮੈਗਾਗ੍ਰਾਮ MCG ਤੋਂ 50 ਤੱਕ ਮਿਲ ਜਾਂਦਾ, ਇੱਕ ਅੱਧਾ ਦਿਨ ਛੱਡ ਕੇ ਉਹ ਖਾ ਲਓ। ਫਿਰ ਤੁਸੀਂ ਸੈਲੀਨੀਅਮ, SELENIUM, ਸੈਲੀਨੀਅਮ ਟ੍ਰੇਸ ਮਿਨਰਲ ਹੈ ਕਿਸਮ ਦਾ, ਉਹ ਕਈ ਰੋਗਾਂ ਨੂੰ ਆਪਾਂ ਉੱਥੇ ਬੈਠ ਕੇ ਵੀ ਕਿਸੇ ਨਾਲ ਗੱਲ ਕਰਾਂਗੇ, ਉਹ ਚੀਜ਼ ਲੈਂਦੇ ਰਹੋ ਆਪਣੇ ਆਪ ਨੂੰ। ਵਿਟਾਮਿਨ C ਤੁਸੀਂ ਤਕਰੀਬਨ ਅੱਜ ਕੱਲ੍ਹ 500 ਮਿਲੀਗ੍ਰਾਮ RDA, ਜਿਹਨੂੰ ਕਹਿੰਦੇ ਰਿਕਮੈਂਡਡ ਡੇਲੀ ਅਲਾਊਂਸ, ਇਹ ਜਿਹੜੀ ਕਿ 1970-80 ਦੀਆਂ ਗੱਲਾਂ, ਉਹਨੂੰ ਫਾਰਮਾਸਿਊਟੀਕਲ ਉਹਨੂੰ ਅਪਗ੍ਰੇਡ ਕੀਤਾ ਹੀ ਨਹੀਂ। ਉਹ ਜਦ ਕਿ ਅੱਜ ਕੱਲ੍ਹ ਜਿਹੜੀਆਂ ਕਿਸੇ ਇੰਟਰਾਵੀਨਸ ਥੈਰੇਪੀ ਦਿੰਦੇ ਨੇ, ਉਹ ਗ੍ਰਾਮਾਂ 'ਚ ਦੇਣਾ ਪੈਂਦਾ, ਜਾਣੀ ਕਿ 20,000 ਮਿਲੀਗ੍ਰਾਮ, 30,000 ਮਿਲੀਗ੍ਰਾਮ, ਔਰ ਮੈਂ ਲੋਕਾਂ ਨੂੰ 3-3, 4-4, 5-5 ਹਜ਼ਾਰ ਮਿਲੀਗ੍ਰਾਮ ਆਮ ਦੇ ਦਿੰਦਾ। ਉਹ ਚੀਜ਼ਾਂ ਚਾਹੀਦੀਆਂ ਨੇ ਅੱਜ ਕੱਲ੍ਹ, ਉਹ ਵੀ ਅਪ ਟੂ ਜੇ 1000 ਮਿਲੀਗ੍ਰਾਮ ਵਾਲਾ ਵੀ ਗੋਲੀ ਜਾਂ ਕੈਪਸੂਲ ਹੈਗਾ, ਖਾਸ ਕਰ ਜੇ ਨੈਚੁਰਲ ਸੋਰਸ ਆਫ ਉਹਦੀ ਫਿਰ ਗੱਲ ਕਰਾਂਗੇ, ਲੰਬੀ ਨਹੀਂ ਕਰਨੀ, ਉਹ ਵਰਤੋ। ਇਹ ਚੀਜ਼ਾਂ ਲਈ ਜਾਓ, ਜ਼ਿੰਕ ਵਗੈਰਾ, ਤਾਂ ਕਿ ਆਪਣੇ ਇਮਿਊਨ ਸਿਸਟਮ ਨੂੰ ਸਟਰੋਂਗ ਕਰੀ ਜਾਓ। ਜੀ ਜਦ ਇਹ ਕਰੋਗੇ ਤਾਂ ਰੋਗ ਪਹਿਲੀ ਗੱਲ ਲੱਗਣਾ ਨਹੀਂ, ਜੋ ਹੈ ਤਾਂ ਮਾਈਨਰ ਸਿੰਪਟਮ ਹੋਣਗੇ, ਇਹ ਡੈਥ ਦੇ ਖਤਰੇ ਘੱਟ ਜਾਣੇ। ਜੀ ਥੈਂਕ ਯੂ ਡਾਕਟਰ ਗੈਰੀ, ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਤੇ ਫਿਰ ਕਿਤੇ ਤੁਹਾਡੇ ਨਾਲ ਲੰਬੀ ਡਿਸਕਸ਼ਨ ਜ਼ਰੂਰ ਕਰਾਂਗੇ। ਸੋ ਥੈਂਕ ਯੂ ਜੀ ਮੇਰੇ ਵੱਲੋਂ ਤੁਹਾਨੂੰ ਬਹੁਤ ਸ਼ੁਕਰੀਆ ਸਭ ਸੁਣਨ ਵਾਲਿਆਂ ਦਾ ਵੀ, ਤੁਹਾਡੇ ਬਲਜਿੰਦਰ ਜੀ, ਧੰਨਵਾਦ। ਸੋ ਮੈਨੂੰ ਪੂਰੀ ਉਮੀਦ ਹੈ ਅੱਜ ਦਾ ਸਾਡਾ ਐਪੀਸੋਡ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ, ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਡਾਕਟਰ ਗੁਰਪ੍ਰੀਤ ਸਿੰਘ ਮੰਗਟ, ਡਾਕਟਰ ਗੈਰੀ ਮੰਗਟ ਉਹਨਾਂ ਨੂੰ ਤੁਹਾਡੇ ਰੂਬਰੂ ਜ਼ਰੂਰ ਲਾਈਵ ਟਾਕ ਸ਼ੋਅ ਵਿੱਚ ਲੈ ਕੇ ਆਵਾਂਗੀ, ਤਾਂ ਕਿ ਤੁਸੀਂ ਵੀ ਆਪਣੇ ਸਵਾਲ ਕਰ ਸਕੋ। ਸੋ ਇਸੇ ਤਰ੍ਹਾਂ ਹੀ ਅਗਲੀ ਵਾਰ ਖਾਸ ਮੁਲਾਕਾਤ 'ਚ ਫਿਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੀ। ਦੇਖਦੇ ਰਿਹਾ ਕਰੋ ਤੁਹਾਡਾ ਆਪਣਾ ਸਾਂਝਾ TV। ਸਤਿ ਸ਼੍ਰੀ ਅਕਾਲ ਜੀ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰੈਵਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਹਿੱਸੇਦਾਰ ਬਣੋ। ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।